ਜਿਹਦਾ ਨਾਮ ਹੀ ਪੂਰੇ ਭਾਰਤ ਦੇ ਵਿੱਚੋਂ ਇੱਕੋ ਇੱਕ ਤੇ ਐਸੀ ਸਟੇਟ ਹੈ ਜਿਹਦਾ ਨਾਮ ਹੀ ਪਾਣੀ ਤੋਂ ਪਿਆ ਹੋਵੇ। ਪੰਜ ਆਬ, ਆਬ ਕਹਿੰਦੇ ਨੇ ਪਾਣੀ ਨੂੰ, ਪੰਜਾਂ ਪਾਣੀਆਂ ਦੀ ਧਰਤੀ, ਉੱਥੋਂ ਦੇ ਪਾਣੀ ਦੇ ਵਿੱਚ ਜ਼ਹਿਰ ਆ ਜਾਵੇ। ਸਾਰੇ ਕਹਿੰਦੇ ਆ ਕਿ ਸਾਨੂੰ ਮਾਣ ਆ ਕਿ ਅਸੀਂ ਪੰਜਾਬੀ ਆ। ਭਾਰਤ ਕੀ ਦੁਨੀਆ ਦੇ ਕਿਸੇ ਦੇਸ਼ ਵਿੱਚ ਕਿਸੇ ਥਾਂ ਤੇ ਇਲਾਕੇ 'ਚ ਚਲੇ ਜਾਓ ਤਾਂ ਉਹ ਕਹਿਣਗੇ ਯਾਰ ਪੰਜਾਬੀਆਂ ਦੀ ਵਾਕਈ ਸ਼ਾਨ ਵੱਖਰੀ ਹੁੰਦੀ। ਉਹ ਪੰਜਾਬੀਆਂ ਦੀ ਸ਼ਾਨ ਜਦੋਂ ਵੱਖਰੀ ਹੁੰਦੀ ਆ ਤਾਂ ਉਹਦੇ ਪਿੱਛੇ ਕਾਰਨ ਕੀ ਆ, ਉਸ ਕਾਰਨ ਨੂੰ ਅਸੀਂ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਕਿ ਅੱਜ ਜੇ ਪੰਜਾਬੀ ਜੋਸ਼ੀਲਾ, ਜੇ ਪੰਜਾਬੀ ਪੂਰਾ ਆਪਣੇ ਆਪ ਨੂੰ ਸਮਝਦਾ ਕਿ ਮੈਂ ਹਰੇਕ ਪੱਖ ਤੋਂ ਵੀ ਹੀ ਭਾਰਤ ਦੀਆਂ ਦੂਜੀਆਂ ਸਟੇਟਾਂ ਦੇ ਰਹਿਣ ਵਾਲੇ ਲੋਕਾਂ ਨਾਲੋਂ ਜ਼ਿਆਦਾ ਵਿਕਸਿਤ ਆ, ਮੈਂ ਜੋ ਮਨ ਚ ਆਏ ਉਹ ਮੈਂ ਕਰ ਸਕਦਾ, ਤਾਂ ਉਹਦੇ ਪਿੱਛੇ ਕਾਰਨ ਸਿੰਧੂ ਘਾਟੀ ਦੀ ਸੱਭਿਅਤਾ। ਮੰਗ ਅਸੀਂ ਬਾਰ-ਬਾਰ ਰੱਖ ਰਹੇ ਹਾਂ ਕਿ ਖੁਦ ਮੁਖਤਿਆਰੀ ਮਿਲਣੀ ਚਾਹੀਦੀ ਆ, ਖੁਦ ਮੁਖਤਿਆਰੀ ਮਿਲਣੀ ਚਾਹੀਦੀ ਆ। ਉਹ ਖੁਦ ਮੁਖਤਿਆਰੀ ਨੂੰ ਮੈਂ ਜੋੜਦਾ ਸਿੰਧ ਘਾਟੀ ਦੀ ਸੱਭਿਅਤਾ ਨਾਲ। ਸਾਡੀ ਗੁਰੂ ਸਾਹਿਬਾਨ ਨੇ ਸਾਨੂੰ ਸਿਧਾਂਤ ਦਿੱਤਾ ਜਿਹਨੂੰ ਆਪਾਂ ਕਹਿ ਦਿੰਦੇ ਆ ਜਿਉ ਤੇ ਜਿਉਣ ਦਿਓ ਦਾ ਸਿਧਾਂਤ। ਜਿਹੜੀ ਸਿੰਧ ਘਾਟੀ ਦੀ ਸੱਭਿਅਤਾ ਦੀ ਸੀ, ਉਹਦੀ ਸਭ ਤੋਂ ਪਹਿਲੀ ਨਿਸ਼ਾਨੀ ਖਾਸੀਅਤ ਇਹ ਸੀ ਕਿ ਉਹ ਮਾਤ ਪ੍ਰਧਾਨ ਰਾਜ ਸੀ। ਉੱਥੇ ਜਿਹੜੀ ਪ੍ਰਧਾਨਗੀ ਕਰਦੀਆਂ ਸੀ, ਜਿਹੜੇ ਫੈਸਲੇ ਲੈਂਦੀਆਂ ਸੀ, ਉਹ ਬੀਬੀਆਂ ਸੀਗੀਆਂ, ਸਾਡੀਆਂ ਮਾਤਾਵਾਂ ਹੁੰਦੀਆਂ ਸੀ। ਉਹ ਆਬੋ ਹਵਾ ਕੈਸੀ ਸੀ? ਉਹ ਸੀ ਬੇਗਮਪੁਰਾ ਖਾਲਸਾ ਰਾਜ। ਵਿਦੇਸ਼ਾਂ ਵਾਲੇ ਕਹਿੰਦੇ ਨੇ ਕਿ ਇਹ ਨਲਾਇਕੀ ਸੀ ਇਹਨਾਂ ਦੀ ਕਿ ਇਹ ਰਾਜ ਨਹੀਂ ਪੈਦਾ ਕਰ ਸਕੇ। ਮੈਂ ਕਹਿੰਦਾ ਸਾਡੀ ਖੂਬੀ ਸੀ, ਸਾਨੂੰ ਰਾਜ ਦੀ ਲੋੜ ਹੀ ਨਹੀਂ ਪਈ, ਨਿਰਵਾਹੀ ਇਹਨਾਂ ਵਧੀਆ ਹੋ ਰਿਹਾ ਸੀ। ਜਿਹੜੀ ਮੰਜ਼ਿਲ ਵਿੱਚ ਇਹਨਾਂ ਨੇ ਫਿੱਟ ਕਰ ਦਿੱਤਾ, ਉਹ ਉੱਥੇ ਹੀ ਆਪਦਾ ਜੀਵਨ ਬਸਰ ਕਰੂਗਾ। ਹਾਂ, ਇਹ ਮਾਣ ਜ਼ਰੂਰ ਆ ਕਿ ਜਿਹੜਾ ਉਤਲੀ ਮੰਜ਼ਿਲ ਵਾਲਾ ਉਹ ਨਿਚਲੀ ਮੰਜ਼ਿਲ ਨੂੰ ਨਖਿੱਧ ਸਮਝਦਾ, ਉਹਨੂੰ ਘਟੀਆ ਸਮਝਦਾ, ਉਹਨੂੰ ਆਪਦਾ ਦਾਸ, ਆਪਦਾ ਗੁਲਾਮ ਹੈਗੇ ਦੋਵੇਂ ਕੈਦੀ ਨੇ ਜੀ। ਸਾਡੇ ਦਿਮਾਗਾਂ ਦਾ ਵਿਕਾਸ ਪੰਜਾਬੀਆਂ ਦਾ ਉਸ ਵਿਕਾਸ ਨਾਲ ਜੁੜਦਾ। ਇਸ ਗੱਲ ਨੂੰ ਮੰਨੋ, ਕਿਉਂਕਿ ਭਾਰਤ ਦਾ ਕੋਈ ਵੀ ਹੋਰ ਨਾਗਰਿਕ ਇੰਨਾ ਦਿਮਾਗੀ ਤੌਰ ਤੇ ਵਿਕਸਿਤ ਨਹੀਂ ਹੈ ਜਿੰਨੇ ਪੰਜਾਬੀ ਆ। ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਤੁਹਾਡੇ ਆਪਣੇ ਸੇਵਕ ਹਰਪ੍ਰੀਤ ਸਿੰਘ ਮਖੂ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕੀਤਾ ਜਾਂਦਾ ਹੈ। ਦਰਸ਼ਕੋ, ਤੁਹਾਡੇ ਪਸੰਦੀਦਾ ਪ੍ਰੋਗਰਾਮ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੈ, ਪੰਜਾਬ ਦੇ ਹਾਲਾਤਾਂ ਦੇ ਬਾਰੇ, ਪੰਜਾਬ ਦੇ ਮੁੱਦਿਆਂ ਬਾਰੇ, ਪਾਣੀ ਦਾ ਮੁੱਦਾ ਲੈ ਕੇ, ਕਦੀ SYL ਦਾ ਮੁੱਦਾ ਲੈ ਕੇ, ਕਦੀ ਧਰਤੀ ਹੇਠਲਾ ਪਾਣੀ, ਕਦੀ ਦਰਿਆਵਾਂ ਵਾਲਾ ਪਾਣੀ, ਕਦੀ ਆਪਣੇ ਕੱਸੀਆਂ ਦੇ ਪਾਣੀ ਦੀ ਗੱਲ ਕਰਦਾ ਮਾਂ, ਜਿਨ੍ਹਾਂ ਕੱਸੀਆਂ ਦੇ ਪਾਣੀ ਦੇ ਵਿੱਚ ਅਕਸਰ ਆਪਾਂ ਨਹਾਉਂਦੇ ਚਾਰ ਘੁੱਟਾਂ ਅੰਦਰ ਵੀ ਭਰ ਜਾਂਦੇ ਹੁੰਦੇ ਸਾਂ। ਅੱਜ ਖਿਆਲ ਕਰਿਆ ਜੇ ਉਹਦੇ ਵਿੱਚ ਨਹਾਉਣ ਤੋਂ ਬਾਅਦ ਵੀ ਸਰੀਰ ਤੇ ਖਾਰਸ਼ ਹੋਣ ਲੱਗ ਪੈਂਦੀ ਹੈ। ਕੌਣ ਕਰ ਗਿਆ ਸਾਡੇ ਪੰਜਾਬ ਦੇ ਪਾਣੀ ਨੂੰ ਗੰਧਲਾ, ਜਿਹਦਾ ਨਾਮ ਹੀ ਪੂਰੇ ਭਾਰਤ ਦੇ ਵਿੱਚੋਂ ਇੱਕੋ ਇੱਕ ਤੇ ਐਸੀ ਸਟੇਟ ਹੈ ਜਿਹਦਾ ਨਾਮ ਹੀ ਪਾਣੀ ਤੋਂ ਪਿਆ ਹੋਵੇ। ਪੰਜ ਆਬ, ਆਬ ਕਹਿੰਦੇ ਨੇ ਪਾਣੀ ਨੂੰ, ਪੰਜਾਂ ਪਾਣੀਆਂ ਦੀ ਧਰਤੀ, ਉੱਥੋਂ ਦੇ ਪਾਣੀ ਦੇ ਵਿੱਚ ਜ਼ਹਿਰ ਆ ਜਾਵੇ, ਉੱਥੋਂ ਦਾ ਪਾਣੀ ਦਾ ਪੱਧਰ ਨੀਵਾਂ ਚਲਾ ਜਾਵੇ, ਉੱਥੋਂ ਦਾ ਪਾਣੀ ਲੁੱਟਿਆ ਜਾਵੇ ਸ਼ਰੇਆਮ। ਬੜੀਆਂ ਗੱਲਾਂ ਵਿਚਾਰਨ ਵਾਲੀਆਂ ਨੇ, ਬੜੇ ਪੰਜਾਬ ਦੇ ਮੁੱਦੇ ਨੇ ਤੇ ਬੜੇ ਪੰਜਾਬ ਦੇ ਮੁੱਦਿਆਂ ਦੇ ਹੱਲ ਕੱਢਣ ਵਾਲੇ ਨੇ। ਇਸ ਕਰਕੇ ਚਾਹੁੰਦਾ ਹੁੰਦਾ ਵੀ ਜਿਹੜਾ ਪੰਜਾਬ ਦਾ ਦਰਦ ਰੱਖ ਕੇ ਚੱਲਦਾ ਹੈ, ਕਿਸੇ ਐਸੀ ਸ਼ਖਸੀਅਤ ਨੂੰ ਨਿਯੋਤਾ ਦਿਆਂ, ਮੇਰੇ ਸਟੂਡੀਓ ਦੇ ਵਿੱਚ ਆਉਣ ਤੇ ਗੱਲਬਾਤ ਕਰੀਏ। ਅੱਜ ਅਸੀਂ ਨਿਯੋਤਾ ਦਿੱਤਾ ਐਡਵੋਕੇਟ ਹਰਪ੍ਰੀਤ ਸਿੰਘ ਜਮਾਲਪੁਰ ਨੂੰ, ਜੋ ਅੱਗੇ ਵੀ ਅਕਸਰ ਤੁਹਾਡੇ ਰੂਬਰੂ ਹੁੰਦੇ ਨੇ, ਤੇ ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਸ ਵੇਲੇ ਪੰਜਾਬ ਦੀ ਸਭ ਤੋਂ ਵੱਡੀ ਮੁਸ਼ਕਲ ਕੀ ਹੈ। ਆਓ ਜਾਣਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਜਦੋਂ ਗੱਲ ਕਰਦੇ ਹਾਂ ਪੰਜਾਬ ਦੀ, ਤੇ ਪੰਜਾਬ ਦੇ ਵਿੱਚ ਸਮੱਸਿਆਵਾਂ ਬੜੀਆਂ ਨੇ। ਜੇ ਗੱਲ ਕਰਾਂ ਤੇ ਸਭ ਤੋਂ ਵੱਡੀ ਸਮੱਸਿਆ ਤੇ ਆ ਜੋ ਸਾਡੇ ਕਿਸਾਨ ਭਰਾ, ਸਾਡੇ ਮਜ਼ਦੂਰ ਭਰਾ ਸੜਕਾਂ ਦੇ ਉੱਪਰ ਬੈਠੇ ਨੇ, ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਹੈ। ਸਮੱਸਿਆ ਕਹਿਣ ਤੋਂ ਭਾਵ ਜਦੋਂ ਕਿਸੇ ਨੂੰ ਲੱਗਦਾ ਵੀ ਮੇਰਾ ਕੋਈ ਨਿੱਜੀ ਨੁਕਸਾਨ ਹੋ ਰਿਹਾ, ਉਹ ਤਾਂ ਹੀ ਸੜਕਾਂ ਦੇ ਉੱਪਰ ਆ ਕੇ ਬੈਠਦਾ ਹੈ। ਬੜੇ ਮੁੱਦੇ ਨੇ ਪੰਜਾਬ ਦੇ, ਪਰ ਤੁਹਾਨੂੰ ਕੀ ਲੱਗਦਾ ਵੀ ਪੰਜਾਬ ਦੀ ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਕਿਹੜੀ ਹੈ? ਵੀਰ ਜੀ, ਪੰਜਾਬ ਦੀ ਜਿਹੜੀ ਸਭ ਤੋਂ ਵੱਡੀ ਸਮੱਸਿਆ, ਉਹ ਜੋ ਮੈਂ ਮਹਿਸੂਸ ਕਰਦਾ ਹਾਂ ਕਿ ਅਸੀਂ ਆਪਣੀ ਮੂਲ ਪਹਿਚਾਣ ਜਾਂ ਮੂਲ ਪਛਾਣ ਤੋਂ ਦੂਰ ਹੋ ਚੁੱਕੇ ਹਾਂ। ਮੈਂ ਇਹ ਮੰਨਦਾ, ਅਸੀਂ ਜਿਹੜੀਆਂ ਬਨਾਵਟੀ ਪਛਾਣਾਂ ਨੇ, ਅਸੀਂ ਬਨਾਵਟੀ ਪਛਾਣਾਂ ਜਾਂ ਜਿਹੜੀਆਂ ਸਾਡੀ ਦੁਸ਼ਮਣ ਜਾਂ ਵਿਰੋਧੀ ਧਿਰ ਵੱਲੋਂ ਸਾਡੇ ਤੇ ਥੋਪੀਆਂ ਹੋਈਆਂ ਨੇ, ਅਸੀਂ ਉਹ ਪਛਾਣਾਂ ਲੈ ਕੇ ਇਸ ਧਰਤੀ ਤੇ ਵਿਚਰ ਰਹੇ ਹਾਂ। ਉਹਨਾਂ ਪਛਾਣਾਂ ਨੇ ਸਾਡਾ ਭਾਰ ਬਹੁਤ ਹਲਕਾ ਕਰ ਦਿੱਤਾ। ਸਾਡਾ ਬੌਧਿਕ ਪੱਧਰ,
ਸਾਡਾ ਸਰੀਰਕ ਪੱਧਰ, ਸਾਡਾ ਵਿਦਿਅਕ ਪੱਧਰ, ਸਾਡਾ ਸੱਭਿਆਚਾਰਕ ਪੱਧਰ, ਸਾਡਾ ਹਰੇਕ ਪੱਧਰ ਉਹਨਾਂ ਪਛਾਣਾਂ ਨੇ ਘਾਣ ਕਰ ਦਿੱਤਾ, ਉਸ ਪੱਧਰ ਦਾ ਖਤਮ ਕਰ ਦਿੱਤਾ। ਤੇ ਜਿੰਨਾ ਚਿਰ ਤੱਕ ਅਸੀਂ ਆਪਣੀ ਮੂਲ ਪਛਾਣ ਨਹੀਂ, ਗੁਰਬਾਣੀ ਕਹਿੰਦੀ ਹੈ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਪੰਜਾਬੀ ਭਾਸ਼ਾ ਦੀ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਕਿਉਂਕਿ ਪੰਜਾਬ ਦੀ ਜਦੋਂ ਗੱਲ ਆਉਂਦੀ ਆ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਆਉਂਦੀ ਆ, ਤਾਂ ਸਾਨੂੰ ਇੱਕ ਗੱਲ ਹਮੇਸ਼ਾ ਸਾਰੇ ਕਹਿੰਦੇ ਆ ਕਿ ਸਾਨੂੰ ਮਾਣ ਆ ਕਿ ਅਸੀਂ ਪੰਜਾਬੀ ਆ। ਭਾਰਤ ਕੀ ਦੁਨੀਆ ਦੇ ਕਿਸੇ ਦੇਸ਼ ਵਿੱਚ, ਕਿਸੇ ਥਾਂ ਤੇ ਇਲਾਕੇ 'ਚ ਚਲੇ ਜਾਓ ਤਾਂ ਉਹ ਕਹਿਣਗੇ ਯਾਰ ਪੰਜਾਬੀਆਂ ਦੀ ਵਾਕਈ ਸ਼ਾਨ ਵੱਖਰੀ ਹੁੰਦੀ ਹੈ। ਉਹ ਪੰਜਾਬੀਆਂ ਦੀ ਸ਼ਾਨ ਜਦੋਂ ਵੱਖਰੀ ਹੁੰਦੀ ਆ ਤਾਂ ਉਹਦੇ ਪਿੱਛੇ ਕਾਰਨ ਕੀ ਆ, ਉਸ ਕਾਰਨ ਨੂੰ ਅਸੀਂ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ। ਹੁਣ ਜਿੰਨਾ ਕੁ ਮੈਂ ਪਿਛਲੇ ਸਮਿਆਂ ਵਿੱਚ ਪੜ੍ਹਿਆ ਜਾਂ ਪਤਾ ਚੱਲਿਆ, ਜਦੋਂ ਇਹ ਹੱਲ ਇਹਦਾ ਲੱਭਣ ਦੀ ਖੁਰਾ ਖੋਜ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਪਤਾ ਚੱਲਦਾ ਕਿ ਸਾਡੀ ਪੰਜਾਬ ਦੀ ਜਿਸ ਧਰਤ ਦੇ, ਜਿਸ ਮਿੱਟੀ ਦੇ ਅਸੀਂ ਵਾਰਸ ਹਾਂ, ਇਹ ਤਾਂ ਇਹਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਸਿੰਧ ਘਾਟੀ ਦੀ ਸੱਭਿਅਤਾ ਨਾਲ ਜਾ ਕੇ ਜੁੜਦੀਆਂ ਨੇ ਜੀ। ਸਿੰਧ ਦਰਿਆ ਦੇ ਕਿਨਾਰੇ ਦੇ ਉੱਤੇ ਅਸੀਂ ਰਹਿੰਦੇ ਹਾਂ। ਸਾਡਾ ਪੰਜਾਬ ਉਸ ਸੱਭਿਅਤਾ ਦਾ ਵਾਰਸ ਆ ਜਿਸ ਸੱਭਿਅਤਾ ਨੂੰ ਦੁਨੀਆ ਦੇ ਵਿੱਚ ਅੱਜ ਤੋਂ 5000 ਸਾਲ ਪਹਿਲਾਂ ਸਭ ਤੋਂ ਵੱਧ ਵਿਕਸਿਤ ਸੱਭਿਅਤਾ ਦੇ ਤੌਰ ਤੇ ਜਾਣਿਆ ਜਾਂਦਾ ਸੀ। ਵੀਰ ਜੀ, ਅਸੀਂ 9ਵੀਂ 10ਵੀਂ ਕਲਾਸ ਵਿੱਚ ਆਪਦੇ ਵਿਸ਼ੇ ਦੇ ਤੌਰ ਤੇ ਇਹਨਾਂ ਨੂੰ ਕਲਾਸਾਂ ਵਿੱਚ ਪੜ੍ਹਿਆ ਹੋਇਆ, ਸਿੰਧ ਘਾਟੀ ਦੀ ਸੱਭਿਅਤਾ। ਪਰ ਬੜਾ ਉਸ ਪੱਖ ਤੇ ਨਹੀਂ ਪੇਸ਼ ਕੀਤਾ ਗਿਆ ਜਿੰਨੀ ਪੇਸ਼ ਕਰਨੀ ਹਲਕੇ ਤਰੀਕੇ ਨਾਲ ਪੇਸ਼ ਕੀਤਾ ਗਿਆ। ਉਹ ਇਸ ਕਰਕੇ ਹਲਕੇ ਤਰੀਕੇ ਨਾਲ ਪੇਸ਼ ਕੀਤਾ ਗਿਆ ਤਾਂ ਕਿ ਇਹਨਾਂ ਨੂੰ ਉਹਦੇ ਪ੍ਰਤੀ ਖਿੱਚ ਨਾ ਪੈਦਾ ਹੋ ਜਾਵੇ। ਖਿੱਚ ਪੈਦਾ ਇਸ ਕਰਕੇ ਹੋਣੀ ਜ਼ਰੂਰੀ ਆ ਕਿ ਅੱਜ ਜੇ ਪੰਜਾਬੀ ਜੋਸ਼ੀਲਾ, ਜੇ ਪੰਜਾਬੀ ਪੂਰਾ ਆਪਣੇ ਆਪ ਨੂੰ ਸਮਝਦਾ ਕਿ ਮੈਂ ਹਰੇਕ ਪੱਖ ਤੋਂ ਵੀ ਹੀ ਭਾਰਤ ਦੀਆਂ ਦੂਜੀਆਂ ਸਟੇਟਾਂ ਦੇ ਰਹਿਣ ਵਾਲੇ ਲੋਕਾਂ ਨਾਲੋਂ ਜ਼ਿਆਦਾ ਵਿਕਸਿਤ ਹਾਂ, ਮੈਂ ਜੋ ਮਨ ਚ ਆਏ ਉਹ ਮੈਂ ਕਰ ਸਕਦਾ, ਤਾਂ ਉਹਦੇ ਪਿੱਛੇ ਕਾਰਨ ਸਿੰਧੂ ਘਾਟੀ ਦੀ ਸੱਭਿਅਤਾ ਉਹ ਕਿਵੇਂ ਆ? ਕਿਉਂਕਿ ਸਿੰਧੂ ਘਾਟੀ ਦੀ ਸੱਭਿਅਤਾ ਦੀ ਜਿਹੜੀਆਂ ਹੜੱਪਾ ਤੇ ਮੋਇਨਜੋਦਾੜੋ, ਇਹਨਾਂ ਸ਼ਹਿਰਾਂ ਵਿੱਚੋਂ ਜਿਹੜੀਆਂ ਲੱਭਤਾਂ ਮਿਲੀਆਂ ਨੇ, ਜਿਹੜੇ ਅਵਸ਼ੇਸ਼ ਜਿਹਨੂੰ ਹਿੰਦੀ ਵਿੱਚ ਕਹਿ ਦਿੰਦੇ ਨੇ, ਲੱਭਤਾਂ ਜਿਹੜੀਆਂ ਮਿਲੀਆਂ ਨੇ, ਉਹਨਾਂ ਨੂੰ ਜਦੋਂ ਅੰਗਰੇਜ਼ਾਂ ਨੇ ਜਾਂ ਦੁਨੀਆ ਦੇ ਵੱਡੇ ਵੱਡੇ ਵਿਗਿਆਨੀਆਂ ਨੇ ਚੈੱਕ ਕੀਤਾ ਤਾਂ ਪਤਾ ਚੱਲਦਾ ਕਿ ਜਿਹੜੀਆਂ ਅਰਬਨ ਸਟੇਟਾਂ ਅਸੀਂ ਅੱਜ ਡਿਵੈਲਪ ਕਰ ਰਹੇ ਹਾਂ ਕਿ ਇੰਨੇ 40-40 ਫੁੱਟ ਦੀਆਂ ਸੜਕਾਂ ਹੋਣੀਆਂ ਚਾਹੀਦੀਆਂ ਨੇ, ਉਹ ਉਸ ਮੌਕੇ ਸਿੰਧ ਘਾਟੀ ਦੀ ਸੱਭਿਅਤਾ ਵਿੱਚ ਸੀਗੀਆਂ। ਕੀ ਬਾਤ ਹੈ। ਜਿਹੜੀਆਂ 2-2 3-3 ਮੰਜ਼ਲਾਂ ਅਸੀਂ ਅੱਜ ਸੋਚ ਰਹੇ ਹਾਂ ਉਹ ਉਸ ਮੌਕੇ ਵੀ ਸੀ। ਜਿਹੜੇ ਅੰਡਰਗਰਾਉਂਡ ਸੀਵਰੇਜ ਵਾਟਰ ਸਿਸਟਮ ਅਸੀਂ ਅੱਜ ਸੋਚ ਰਹੇ ਹਾਂ ਉਹ ਉਸ ਮੌਕੇ ਸਿੰਧ ਘਾਟੀ ਵਿੱਚ ਸੀ, ਅੱਜ ਤੋਂ 5000 ਸਾਲ ਪਹਿਲਾਂ। ਤੇ ਉਹ ਜੇ ਅਸੀਂ ਅੱਜ ਅੰਨ ਭੰਡਾਰਨ ਦੀ, ਜਿਵੇਂ ਹੁਣ ਚੱਲ ਰਿਹਾ ਰੌਲਾ, ਕੋਲਡ ਸਟੋਰੇਜ ਚੇਨਾਂ ਦੀ ਗੱਲ ਕਰ ਰਹੇ ਹਾਂ, ਅਨਾਜ ਭੰਡਾਰਨ ਦੀ ਗੱਲ ਕਰ ਰਹੇ ਹਾਂ, ਉਸ ਮੌਕੇ ਵੱਡੇ ਵੱਡੇ ਅਨਾਜ ਦੇ ਭੰਡਾਰ ਆਪ ਰੱਖੇ ਹੋਏ ਸੀ, ਬਣਾਏ ਹੋਏ ਸੀ। ਫਿਰ ਅੱਜ ਅਸੀਂ ਗੱਲ ਕਰਦੇ ਹਾਂ ਬੌਲੀਆਂ ਦੀ, ਜਾਂ ਮੁਗਲਾਂ ਨੇ, ਸ਼ਾਸਕਾਂ ਨੇ ਆਪਣੇ ਉਹ ਠੰਡੇ ਤੇ ਗਰਮ ਪਾਣੀ ਦੇ ਝਰਨੇ ਬਣਾਏ ਹੋਏ ਸੀ। ਵੀਰ ਜੀ, ਮੋਇਨਜੋਦਾੜੋ ਤੇ ਹੜੱਪਾ ਸ਼ਹਿਰਾਂ ਦੇ ਵਿੱਚੋਂ ਸਾਂਝੇ ਤਲਾਬ ਮਿਲੇ ਨੇ ਜਿਨ੍ਹਾਂ ਦੇ ਵਿੱਚ ਮੌਸਮ ਮੁਤਾਬਕ ਗਰਮੀਆਂ ਵਿੱਚ ਠੰਡਾ ਪਾਣੀ ਔਰ ਸਰਦੀਆਂ ਵਿੱਚ ਗਰਮ ਪਾਣੀ ਆਉਂਦਾ ਸੀ। ਇਹ ਸਾਰੀਆਂ ਚੀਜ਼ਾਂ ਗੂਗਲ ਤੇ ਸਰਚ ਕਰ ਲਓ ਵੀਰ ਜੀ, ਜੇ ਜ਼ਿਆਦਾ ਡੂੰਘਾਈ 'ਚ ਨਹੀਂ ਪੜ੍ਹਨਾ, ਮੋਟਾ ਆਪਾਂ ਜਾਣਕਾਰੀ ਹਾਸਲ ਕਰਾਂਗੇ, ਉਹਨਾਂ ਤੋਂ ਪਤਾ ਚੱਲ ਜਾਂਦਾ। ਇਹ ਸਾਰੀਆਂ ਇਸ ਸੱਭਿਅਤਾ ਦੀਆਂ ਨਿਸ਼ਾਨੀਆਂ ਸੀ ਔਰ ਦੁਨੀਆ ਮੰਨਦੀ ਆ ਕਿ ਇਹ ਸਭ ਤੋਂ ਵੱਧ ਵਿਕਸਿਤ ਸੀ। ਹੁਣ ਸਭ ਤੋਂ ਵੱਧ ਵਿਕਸਿਤ ਮੈਸੋਪੋਟਾਮੀਆ ਵੀ ਹੋਈ ਆ, ਸੁਮੇਰੀਅਨ ਸੱਭਿਅਤਾ, ਪਰ ਉੱਥੇ ਦਾ ਤੇ ਇੱਥੇ ਦਾ ਫਰਕ ਕੀ ਸੀ ਮੈਂ ਅੱਜ ਦੇ ਮਾਹੌਲ ਤੇ ਲੈ ਕੇ ਆਉਣਾ। ਕਿਉਂਕਿ ਅੱਜ ਜਿਹੜਾ, ਜਿਵੇਂ ਪਹਿਲਾਂ ਮੈਂ ਹੁਣੇ ਗੱਲ ਕਰਕੇ ਹਟਿਆ ਕਿ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਚੱਲ ਰਿਹਾ, ਤੇ ਪੰਜਾਬ ਦੇ ਵਿੱਚ ਪਿਛਲੇ 35-40 ਸਾਲਾਂ ਤੋਂ ਜਿਹੜਾ ਸੰਘਰਸ਼ ਚੱਲਿਆ, ਜਿਹੜੀ ਡਿਮਾਂਡ, ਮੰਗ ਅਸੀਂ ਬਾਰ-ਬਾਰ ਰੱਖ ਰਹੇ ਹਾਂ ਕਿ ਖੁਦ ਮੁਖਤਿਆਰੀ ਮਿਲਣੀ ਚਾਹੀਦੀ ਆ, ਖੁਦ ਮੁਖਤਿਆਰੀ ਮਿਲਣੀ ਚਾਹੀਦੀ ਆ, ਉਹ ਖੁਦ ਮੁਖਤਿਆਰੀ ਨੂੰ ਮੈਂ ਜੋੜਦਾ ਸਿੰਧ ਘਾਟੀ ਦੀ ਸੱਭਿਅਤਾ ਨਾਲ। ਉਹ ਕਿਵੇਂ ਜੋੜਦਾ ਜੀ? ਉਹ ਹੁਣ ਥੋੜ੍ਹਾ ਧਿਆਨ ਨਾਲ ਸੁਣਨ ਵਾਲੀ ਗੱਲ ਆ। ਤੁਸੀਂ ਕੰਪੈਰੀਜ਼ਨ ਪੜ੍ਹੋ ਕਿ ਦੁਨੀਆ ਦੇ ਵਿੱਚ ਹੋਈਆਂ ਬਾਕੀ ਸੱਭਿਅਤਾਵਾਂ ਜਿਹੜੀਆਂ ਨੇ, ਚਾਰ ਮੁੱਖ ਸੱਭਿਅਤਾਵਾਂ ਸੀਗੀਆਂ, ਉਹਨਾਂ ਵਿੱਚੋਂ ਸਿੰਧ ਘਾਟੀ ਕਿਵੇਂ ਵੱਖ ਆ? ਉਹ ਵੱਖ ਇਸ ਤਰ੍ਹਾਂ ਕਿ ਬਾਕੀ ਜਿਹੜੀਆਂ 3 ਸੱਭਿਅਤਾਵਾਂ ਨੇ, ਉਹਨਾਂ ਸੱਭਿਅਤਾਵਾਂ ਦੇ ਆਪਦੇ ਰਾਜ ਪੈਦਾ ਹੋਏ ਆ। ਰਾਜ ਦਾ ਮਤਲਬ ਉੱਥੇ ਕਿਸੇ ਇੱਕ ਸ਼ਾਸਕ ਨੇ ਕਿਸੇ ਸਮੇਂ ਵਿੱਚ ਰਾਜ ਕੀਤਾ। ਵੀਰ ਜੀ, ਸ਼ਾਸਕ ਦਾ ਮਤਲਬ ਇਹ ਹੁੰਦਾ
ਕਿ ਹਰਪ੍ਰੀਤ ਸਿੰਘ ਮੱਖੂ ਤੇ ਹਰਪ੍ਰੀਤ ਸਿੰਘ ਜਮਾਲਪੁਰ ਦੋ ਭਰਾ ਬੈਠੇ ਨੇ। ਹਰਪ੍ਰੀਤ ਸਿੰਘ ਜਮਾਲਪੁਰ ਥੋੜਾ ਉਹਦਾ ਲੈਵਲ ਜਿਹੜਾ ਹੈਗਾ ਸੋਚਣ ਦਾ ਜਾਂ ਕਿਸੇ ਵੀ ਕਿਸਮ ਕਰਕੇ ਹਰਪ੍ਰੀਤ ਸਿੰਘ ਮੱਖੂ ਹਾਵੀ ਹੋ ਰਿਹਾ। ਜਦੋਂ ਹਰਪ੍ਰੀਤ ਸਿੰਘ ਮੱਖੂ ਨੇ ਹਾਵੀ ਹੋਣਾ ਤਾਂ ਕਿਤੇ ਨਾ ਕਿਤੇ ਜਾ ਕੇ ਲਾਲਚ ਪੈਦਾ ਹੋਣਾ। ਵਾਈਸ ਵਰਸਾ ਹੁੰਦੇ ਹੁੰਦੇ ਤਕੜੇ ਨੇ ਨੀਵੇਂ ਨੂੰ ਦਬਾ ਕੇ ਉਹ ਜਾਇਦਾਦਾਂ ਇਕੱਠੀਆਂ ਕਰ ਕਰਕੇ ਸ਼ਾਸਨ ਕੀਤਾ। ਰਾਜ ਵੱਡੇ ਵੱਡੇ ਜਿਹੜੇ ਹੋਏ ਨੇ ਪੈਦਾ ਉਹ ਤਾਂ ਹੋਏ ਨੇ, ਵੱਡੇ ਵੱਡੇ ਸ਼ਾਸਕ ਤਾਂ ਬਣੇ ਨੇ ਜੀ। ਦੁਨੀਆ ਵਿੱਚ ਕਿਸੇ ਵੀ ਸ਼ਾਸਕ ਦੀ ਤੁਸੀਂ ਹਿਸਟਰੀ ਦੇਖੋ, ਉਹਨੇ ਆਪਣਿਆਂ ਦਾ ਕਤਲ ਕਰਕੇ ਹੀ ਰਾਜ ਪੈਦਾ ਕੀਤਾ। ਖੂਬੀ ਜਿਹੜੀ ਸਿੰਧ ਘਾਟੀ ਸੱਭਿਅਤਾ ਦੀ ਮੈਨੂੰ ਨਜ਼ਰ ਆਈ ਆ, ਉੱਥੇ ਉਹਨਾਂ ਨੇ ਲਿਖਿਆ ਕਿ ਸਿੰਧ ਘਾਟੀ ਦੀ ਸੱਭਿਅਤਾ ਬਹੁਤ ਜ਼ਬਰਦਸਤ ਸੀ, ਸਭ ਕੁਝ ਸੀ ਇੱਥੇ, ਬਹੁਤ ਡਿਵੈਲਪ ਸੀ। ਦਰਿਆਵਾਂ ਦੇ ਜ਼ਰੀਏ ਇੱਥੇ ਵਪਾਰ ਹੁੰਦਾ ਸੀ ਬਾਕੀ ਹੋਰ ਦੇਸ਼ਾਂ ਦੇ ਨਾਲ। ਤੁਸੀਂ ਇੱਥੋਂ ਚੀਜ਼ਾਂ ਅੱਜ ਤੋਂ 5000 ਸਾਲ ਪਹਿਲਾਂ ਬੰਦਰਗਾਹਾਂ ਰਾਹੀਂ ਭੇਜਦੇ ਸੀ ਬਾਹਰਲੇ ਦੇਸ਼ਾਂ ਨੂੰ। ਗਹਿਣੇ ਜਿਹੜੇ ਉਸ ਮੌਕੇ ਵਿਕਸਿਤ ਸੀ, ਜਿਹੜੇ ਅੱਜ ਡਿਜ਼ਾਈਨ ਤੁਹਾਡੇ ਕੋਲ ਚੱਲ ਰਹੇ ਨੇ, ਉਸ ਤੋਂ ਵੀ ਵਧੀਆ ਡਿਜ਼ਾਈਨ ਉਸ ਮੌਕੇ ਦੇ ਮਿਲੇ ਨੇ ਲੱਭਤਾਂ ਵਿੱਚੋਂ। ਡਿਫਰੈਂਟ ਅਲੱਗ ਕੀ ਸੀ, ਕਹਿੰਦੇ ਸਾਰਾ ਕੁਝ ਉਹਨਾਂ ਨੇ ਕੀਤਾ ਪਰ ਆਪਦਾ ਰਾਜ ਨਹੀਂ ਪੈਦਾ ਕਰ ਸਕੇ। ਹੁਣ ਉੱਥੇ ਗੱਲ ਆ ਕੇ ਮੁੱਕਦੀ ਆ, ਜਿਹੜੀ ਸਾਡੀ ਗੁਰੂ ਸਾਹਿਬਾਨ ਨੇ ਸਾਨੂੰ ਸਿਧਾਂਤ ਦਿੱਤਾ, ਜਿਹਨੂੰ ਆਪਾਂ ਕਹਿ ਦਿੰਦੇ ਆ ਜਿਉ ਤੇ ਜਿਉਣ ਦਿਓ ਦਾ ਸਿਧਾਂਤ। ਜਿਹੜੀ ਸਿੰਧ ਘਾਟੀ ਦੀ ਸੱਭਿਅਤਾ ਦੀ ਸੀ, ਉਹਦੀ ਸਭ ਤੋਂ ਪਹਿਲੀ ਨਿਸ਼ਾਨੀ ਖਾਸੀਅਤ ਇਹ ਸੀ ਕਿ ਉਹ ਮਾਤ ਪ੍ਰਧਾਨ ਰਾਜ ਸੀ। ਉੱਥੇ ਜਿਹੜੀ ਪ੍ਰਧਾਨਗੀ ਕਰਦੀਆਂ ਸੀ, ਜਿਹੜੇ ਫੈਸਲੇ ਲੈਂਦੀਆਂ ਸੀ, ਉਹ ਬੀਬੀਆਂ ਸੀਗੀਆਂ, ਸਾਡੀਆਂ ਮਾਤਾਵਾਂ ਹੁੰਦੀਆਂ ਸੀ ਸਿੰਧ ਘਾਟੀ ਦੀ ਸੱਭਿਅਤਾ ਵਿੱਚ ਜੀ। ਔਰ ਜਿਹੜੇ ਮਰਦ ਹੁੰਦੇ ਸੀ ਉਹ ਮਿਹਨਤ ਕਰਕੇ, ਖੇਤੀਬਾੜੀ ਜਾਂ ਬਾਕੀ ਕੰਮ ਧੰਦੇ ਕਰਕੇ, ਉਹ ਸਾਰਾ ਇੱਕ ਥਾਂ ਦੇ ਉੱਤੇ ਇਕੱਠਾ ਹੁੰਦਾ ਸੀ ਔਰ ਉਹਨੂੰ ਬਰਾਬਰ ਵੰਡ ਲਿਆ ਜਾਂਦਾ ਸੀ। ਕੋਈ ਕਲੇਸ਼ ਨਹੀਂ ਸੀ। ਜਦੋਂ ਮਾਤ ਪ੍ਰਧਾਨ ਸੀ ਤਾਂ ਆਹ ਜਿਹੜੀਆਂ ਬਲਾਤਕਾਰ ਦੀਆਂ ਘਟਨਾਵਾਂ ਹੋ ਰਹੀਆਂ ਨੇ, ਚਰਿੱਤਰ ਘਾਣ ਜਿਹੜਾ ਹੋਇਆ ਸਾਡਾ, ਇਹੋ ਜਿਹਾ ਕੋਈ ਮਸਲਾ ਹੀ ਨਹੀਂ ਸੀ ਆਉਣਾ। ਮਾਤ ਪ੍ਰਧਾਨ ਸੀ ਉਹ, ਤੇ ਉਹ ਮਾਤ ਪ੍ਰਧਾਨ ਹੋਣ ਕਰਕੇ ਮੇਰੇ ਪਰਿਵਾਰ ਦੀ ਗੁਆਂਢੀ ਪਰਿਵਾਰ ਨਾਲ, ਉਹਦੀ ਅਗਲੇ ਪਰਿਵਾਰ ਨਾਲ, ਇਸ ਕਬੀਲੇ ਦੀ ਦੂਜੇ ਕਬੀਲੇ ਨਾਲ, ਇਸ ਸ਼ਹਿਰ ਦੀ ਦੂਜੇ ਸ਼ਹਿਰ ਨਾਲ ਬਹੁਤ ਵਧੀਆ ਨਿਭ ਰਹੀ ਸੀ। ਸੋਚੋ ਕਿੰਨੀ ਜ਼ਿਆਦਾ ਵਿਕਸਿਤ ਸੋਚ ਦੇ ਮਾਲਕ ਉਹ ਲੋਕ ਸੀ। ਮੈਂ ਕਹਿੰਦਾ ਵੀ ਉਹ ਆਬੋ ਹਵਾ ਹੀ ਕੈਸੀ ਸੀ, ਉਹ ਆਬੋ ਹਵਾ ਕੈਸੀ ਸੀ, ਉਹ ਸੀ ਬੇਗਮਪੁਰਾ ਖਾਲਸਾ ਰਾਜ ਜੀ, ਜਿਹਦੀ ਕਲਪਨਾ ਸਾਡੀ ਗੁਰੂ ਸਾਹਿਬ ਕਰਦੇ ਨੇ। ਨਾਨਕ ਸ਼ਾਹੀ ਰਾਜ ਉਹ ਸੀ ਜਿਹਦੇ ਵਿੱਚ ਕੋਈ ਵੈਰ ਵਿਰੋਧ ਨਹੀਂ ਸੀ, ਕੋਈ ਜਾਤ ਪਾਤ ਊਚ ਨੀਚ ਨਹੀਂ ਸੀ, ਤੇ ਕੋਈ ਦੂਸਰੇ ਦਾ ਲਾਲਚ ਨਹੀਂ ਸੀਗਾ ਕਿ ਲੈ ਵੀ ਹਾਂ ਮੈਂ ਉਹਦੇ ਤੋਂ ਖੋ ਕੇ ਆਪਦੇ ਕੋਲ ਲਿਆਵਾਂ ਜੀ। ਇਹ ਵਿਦੇਸ਼ਾਂ ਵਾਲੇ ਕਹਿੰਦੇ ਨੇ ਕਿ ਇਹ ਨਲਾਇਕੀ ਸੀ ਇਹਨਾਂ ਦੀ, ਕਿ ਇਹ ਰਾਜ ਨਹੀਂ ਪੈਦਾ ਕਰ ਸਕੇ। ਮੈਂ ਕਹਿੰਦਾ ਸਾਡੀ ਖੂਬੀ ਸੀ, ਸਾਨੂੰ ਰਾਜ ਦੀ ਲੋੜ ਹੀ ਨਹੀਂ ਪਈ, ਨਿਰਵਾਹੀ ਇਹਨਾਂ ਵਧੀਆ ਹੋ ਰਿਹਾ ਸੀ ਜੀ। ਜੀ ਇੱਕ ਲੋਕਤੰਤਰ ਬਹੁਤ ਵਧੀਆ, ਉਹਨੂੰ ਖੁਦ ਮੁਖਤਿਆਰੀ ਕਹਿੰਦੇ ਆ ਵੀਰ ਜੀ। ਮੈਂ ਸੁਣਨ ਵਾਲੇ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ, ਇਸ ਖੁਦ ਮੁਖਤਿਆਰੀ ਵੱਲ ਨੂੰ ਚੱਲੋ। ਇਹ ਖੁਦ ਮੁਖਤਿਆਰੀ ਸਾਨੂੰ ਮਿਲਣੀ ਆ ਜਦੋਂ ਅਸੀਂ ਗੁਰੂ ਆਸ਼ੇ ਮੁਤਾਬਕ, ਗੁਰਮਤ ਸਿਧਾਂਤ ਮੁਤਾਬਕ 1430 ਅੰਗਾਂ ਦੇ ਵਿੱਚ ਦਰਜ ਨਿਯਮਾਂ ਦੇ ਮੁਤਾਬਕ ਆਪਣਾ ਸਮਾਜਿਕ, ਆਪਣਾ ਧਾਰਮਿਕ, ਆਪਣਾ ਰਾਜਨੀਤਿਕ, ਆਪਣਾ ਆਰਥਿਕ ਜੀਵਨ ਬਸਰ ਕਰਾਂਗੇ, ਸਾਨੂੰ ਉਹ ਖੁਦ ਮੁਖਤਿਆਰੀ ਮਿਲ ਜੂਗੀ। ਸਾਨੂੰ ਮੰਗਣ ਦੀ ਲੋੜ ਨਹੀਂ ਪੈਣੀ, ਮੰਗਣਗੇ ਤਾਂ ਉਹ ਆ ਕੇ ਸਾਡੇ ਤੋਂ। ਪਰ ਇੱਕ ਮੇਰੇ ਮਨ ਦੇ ਵਿੱਚ ਸਵਾਲ ਆ ਰਿਹਾ, ਕਿਉਂਕਿ ਜਦੋਂ ਅਸੀਂ ਸਿੰਧੂ ਘਾਟੀ ਦੀ ਸੱਭਿਅਤਾ ਦੀ ਗੱਲ ਕਰਦੇ ਹਾਂ, ਉੱਚਾ ਪਿੰਡ ਸੰਗੋਲ ਮੈਂ ਵੀ ਗਿਆ ਵਾਂ, ਜਿਹੜੀ ਉਦੋਂ ਹੋ ਗਈ, ਉਸ ਤੋਂ ਬਾਅਦ ਦੁਬਾਰਾ ਨੱਪ ਦਿੱਤਾ, ਤੇ ਇਹ ਉੱਥੇ ਜੋ ਅਗਲੇ ਪਾਸੇ ਕਰਮਚਾਰੀ ਨੇ ਉਹਨਾਂ ਦੀ ਵਰਡਿੰਗ ਹੈ ਕਿ ਸਰਕਾਰ ਕੋਲੇ ਜੇ ਪੈਸਾ ਨਹੀਂ, ਜਦੋਂ ਸਰਕਾਰ ਕੋਲੇ ਪੈਸਾ ਆਇਆ ਦੁਬਾਰਾ ਖਦਾਈ ਕਰਨੀ ਹੈ, ਇਸ ਕਰਕੇ ਜੀ ਇਹ ਕੰਮ ਇੱਕ ਵਾਰੀ ਬੰਦ ਕੀਤਾ ਗਿਆ। ਚਲੋ ਬੰਦ ਹੋਣ ਦੇ ਕਾਰਨ ਕਈ ਹੋ ਸਕਦੇ ਨੇ, ਜਿਵੇਂ ਤੁਸੀਂ ਕੁਝ ਸੰਕੇਤ ਸਾਨੂੰ ਦਰਸਾਏ ਹੈ, ਪਰ ਅੰਗਰੇਜ਼ਾਂ ਨੇ ਜਿਸ ਵੇਲੇ ਲਾਈਨ ਦੀ ਵਿਛਾਉਣੀ ਸੀ ਤੇ ਉਸ ਵੇਲੇ ਇਸ ਸੱਭਿਅਤਾ ਦਾ ਪਤਾ ਲੱਗਾ ਜੀ। ਪਰ ਮੇਰੇ ਮਨ ਦੇ ਵਿੱਚ ਆਇਆ ਵੀ ਸੱਭਿਅਤਾ ਇੰਨੀ ਡੂੰਘੀ ਦੱਬੀ ਕਿਵੇਂ ਗਈ ਜੀ। ਇਹਦੇ ਵਿੱਚ ਵੀਰ ਜੀ ਇਰਾਕ, ਈਰਾਨ, ਆਪਣੀਆਂ 10, 12, 15 ਸਾਲ ਪਹਿਲਾਂ ਦੀ ਗੱਲ ਆ, ਅਮਰੀਕਾ ਤੇ ਇਰਾਕ ਉੱਤੇ ਹਮਲਾ ਹੋਇਆ ਜੀ। ਉਸ ਹਮਲੇ ਦੇ ਵਿੱਚ ਕਿੰਨੇ ਮਾਰੂ ਹਥਿਆਰ ਵਰਤੇ ਗਏ, ਸ਼ਹਿਰਾਂ ਦੇ ਸ਼ਹਿਰ ਖੰਡਰ ਹੋ ਗਏ, ਤੇ ਜਿਹੜੇ ਖੰਡਰ ਹੋ ਗਏ, ਮਿੱਟੀ ਵਿੱਚ ਦਬ ਗਏ, ਉਹ ਅੱਜ ਤੋਂ 5000 ਸਾਲ ਬਾਅਦ ਜਦੋਂ ਕੱਢੇ ਜਾਣਗੇ ਤਾਂ ਉਹ ਹੁਣ ਉਸ ਇਤਿਹਾਸ ਨੂੰ ਆਪਾਂ ਕੀ ਕਹਾਂਗੇ। ਬਾਹਰੋਂ ਹਮਲਾਵਰ ਆਏ, ਉਹਨਾਂ ਨੇ ਇਹਨਾਂ ਦੇ ਕੁਦਰਤੀ ਖਜ਼ਾਨਿਆਂ ਨੂੰ ਲੁੱਟਣ ਦੇ ਲਈ ਹਮਲਾ ਕੀਤਾ, ਔਰ ਉਸ ਹਮਲੇ ਦੇ ਵਿੱਚ ਉਹਨਾਂ ਨੇ ਕੋਈ ਬੱਚਾ, ਕੋਈ ਬੁੱਢਾ, ਕੁਝ ਨਹੀਂ ਦੇਖਿਆ। ਉਹਨਾਂ ਨੇ ਉਹਨਾਂ ਨੂੰ ਖਤਮ ਕਰ ਲਿਆ, ਆਪਦੇ ਮਾਰੂ ਹਥਿਆਰ ਵਰਤੇ, ਤੇ ਉੱਥੋਂ ਉਹਨਾਂ ਨੂੰ ਖਤਮ ਕਰਕੇ ਇੱਕ ਪੂਰੀ ਦੀ ਪੂਰੀ ਇੰਨੀ ਵਿਕਸਿਤ ਸੱਭਿਅਤਾ ਨੂੰ ਨੇਸਤਨਾਬੂਦ ਕਰ ਦਿੱਤਾ। ਉਸ ਸੱਭਿਅਤਾ ਦੇ ਵਿੱਚ ਕੀ ਬਿਲਡਿੰਗਸ ਹੀ ਨੇਸਤੋ ਨਬੂਦ ਹੋਈਆਂ ਕਿ ਲੋਕ ਵੀ?
ਲੋਕ ਵੀ ਨਿਸਤਨਾਬੂਦ ਹੋਏ, ਪਰ ਹਮੇਸ਼ਾ ਹੀ ਕਦੇ ਵੀ ਕਿਸੇ ਵੀ ਨਸਲ ਦਾ 100% ਨਸਲਘਾਤ ਨਹੀਂ ਹੁੰਦਾ। ਕੁਝ ਮਰ ਗਏ ਤੇ ਕੁਝ ਉਹਨਾਂ ਵਿੱਚੋਂ ਨਿਕਲ ਕੇ ਪ੍ਰਵਾਸ ਕਰ ਗਏ, ਕੁਝ ਅੱਗੇ ਆ ਗਏ, ਆਲੇ ਦੁਆਲੇ ਖਿੰਡ ਗਏ, ਔਰ ਉਹਨਾਂ ਨੇ ਦੁਬਾਰਾ ਕੋਸ਼ਿਸ਼ ਕੀਤੀ। ਪਰ ਜਿਹੜਾ ਦੁਸ਼ਮਣ ਆ ਉਹ ਇੰਨਾ ਜ਼ਿਆਦਾ ਚੁਸਤ ਸੀ, ਉਹ ਚਲਾਕ ਸੀ, ਉਹਨੇ ਦੇਖਿਆ ਕਿ ਜੇ ਕਿਤੇ ਇਹ ਦੁਬਾਰਾ ਇਕੱਠੇ ਹੋ ਗਏ ਤਾਂ ਫਿਰ ਦੁਬਾਰਾ ਇਹ ਸਾਡੇ ਕੋਲੋਂ ਰਾਜ ਭਾਗ ਵਾਪਸ ਲੈ ਲੈਣਗੇ, ਤੇ ਜਿਹੜਾ ਅਸੀਂ ਲੁੱਟ ਖਸੁੱਟ ਇਹਨਾਂ ਦੀ ਕੀਤੀ ਆ ਉਹ ਸਾਡੇ ਤੋਂ ਇਹ ਉਹਦਾ ਬਦਲਾ ਵੀ ਲੈ ਸਕਦੇ ਨੇ। ਉਹਨਾਂ ਨੇ ਉਹ ਲੋਕ ਖਿੰਡੇ ਹੋਏ ਜਿਹੜੇ ਆ ਖਿੰਡੇ ਰਹਿਣ, ਇਕੱਠੇ ਨਾ ਹੋਣ, ਉਸ ਕਰਕੇ ਉਹਨਾਂ ਨੂੰ ਪਹਿਲਾਂ ਤਾਂ ਇੱਕ ਸ਼ੂਦਰ ਵਰਣ ਦੇ ਵਿੱਚ ਸਿੱਟ ਦਿੱਤਾ। ਅੱਛਾ, ਇਹ ਉਦੋਂ ਤੋਂ ਸ਼ੁਰੂ ਉਸ ਹੋਇਆ। ਤੋਂ ਬਾਅਦ ਫਿਰ ਉਹਨਾਂ ਨੂੰ 6743 ਦੇ ਕਰੀਬ ਜਾਤਾਂ ਤਾਂ ਹੁਣ ਵੀ ਬਣੀਆਂ ਹੋਈਆਂ ਨੇ, ਪਰ ਉਹਨਾਂ ਦੀਆਂ ਉਪਜਾਤਾਂ ਜਿਹੜੀਆਂ ਨੇ ਉਹ 10,000 ਤੋਂ ਉੱਪਰ ਚਲੇ ਜਾਂਦੀਆਂ ਨੇ। ਉਹਨਾਂ ਨੂੰ ਇੰਨੇ ਛੋਟੇ-ਛੋਟੇ ਟੁਕੜਿਆਂ ਵਿੱਚ ਵੰਡ ਦਿੱਤਾ ਕਿ ਅੱਜ ਜਿਹੜਾ ਇਹ ਸਿਸਟਮ ਬਣਿਆ ਇੱਕ ਬਹੁ ਮੰਜ਼ਲੀ ਬਿਲਡਿੰਗ ਵਾਂਗੂ ਬਣਿਆ ਹੋਇਆ। ਪਰ ਬਿਲਡਿੰਗ ਇਹੋ ਜਿਹੀ ਆ ਕਿ ਥੱਲਿਓਂ ਉੱਪਰਲੀ ਮੰਜ਼ਿਲ ਤੇ ਜਾਣ ਲਈ ਜਾਂ ਉੱਪਰੋਂ ਥੱਲੇ ਆਉਣ ਲਈ ਕੋਈ ਪੌੜੀ ਨਹੀਂ ਹੈ। ਜਿਹੜੀ ਮੰਜ਼ਿਲ ਵਿੱਚ ਇਹਨਾਂ ਨੇ ਫਿੱਟ ਕਰ ਦਿੱਤਾ ਉਹ ਉੱਥੇ ਹੀ ਆਪਦਾ ਜੀਵਨ ਬਸਰ ਕਰੂਗਾ। ਹਾਂ, ਇਹ ਮਾਣ ਜ਼ਰੂਰ ਆ ਕਿ ਜਿਹੜਾ ਉਤਲੀ ਮੰਜ਼ਿਲ ਵਾਲਾ ਉਹ ਨਿਚਲੀ ਮੰਜ਼ਿਲ ਨੂੰ ਨਖਿੱਧ ਸਮਝਦਾ, ਉਹਨੂੰ ਘਟੀਆ ਸਮਝਦਾ, ਉਹਨੂੰ ਆਪਦਾ ਦਾਸ, ਆਪਦਾ ਗੁਲਾਮ ਹੈਗੇ, ਦੋਵੇਂ ਕੈਦੀ ਨੇ ਜੀ। ਅੱਛਾ, ਰਾਜਿਆਂ ਨੂੰ ਕਿੱਥੇ ਲਿਆ ਕੇ ਖਤਮ ਕਰ ਦਿੱਤਾ, ਗੁਲਾਮ ਬਣਾ ਲਿਆ ਗਿਆ, ਪਰਮਾਨੈਂਟ ਗੁਲਾਮ ਬਣਾ ਲਿਆ ਗਿਆ। ਹੁਣ ਸ਼ੂਦਰ ਸ਼ਬਦ ਦੀ, ਕਿਉਂਕਿ ਸਰਦਾਰ ਨਾਜਰ ਸਿੰਘ ਲੁਧਿਆਣਾ ਤੋਂ ਨੇ, ਉਹਨਾਂ ਨੇ ਪੰਜਾਬੀ ਦਾ ਮੁੱਢ ਕਰਕੇ ਇੱਕ ਕਿਤਾਬ ਲਿਖੀ ਆ। ਮੈਂ ਪਿੱਛੇ ਉਹ ਕਿਤਾਬ ਪੜ੍ਹ ਰਿਹਾ ਸੀ, ਉਹਦੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਸ਼ੂਦਰ, ਸ਼ੂਦਰਾਸ, ਸ਼ੂਦਰੇਈ ਇਹ ਸਿੰਧ ਘਾਟੀ ਸਭਿਅਤਾ ਦੇ ਮੌਕੇ ਦਾ ਇੱਕ ਸ਼ਹਿਰ ਸੀ, ਔਰ ਸ਼ੂਦਰ ਕਬੀਲਾ ਸੀ ਸਿੰਧ ਘਾਟੀ ਦੇ ਲੋਕਾਂ ਦਾ। ਠੀਕ ਹੈ। ਔਰ ਜਦੋਂ, ਕਿਉਂਕਿ ਇੰਡੀਆ ਦੇ ਵਿੱਚ ਅੰਗਰੇਜ਼ਾਂ ਤੋਂ ਇਲਾਵਾ ਜਿੰਨੇ ਹਮਲਾਵਰ ਆਏ ਨੇ ਉਹ ਖੈਬਰ ਦर्रा ਦੇ ਰਾਹੀਂ ਆਏ, ਦर्रा ਖੈਬਰ ਦੇ ਰਾਹੀਂ ਆਏ ਨੇ, ਔਰ ਸਿੰਧ ਘਾਟੀ ਵਾਲੇ ਪਾਸਿਓਂ ਆਏ ਨੇ। ਉਹਨਾਂ ਦਾ ਸਭ ਤੋਂ ਪਹਿਲਾ ਮੁਕਾਬਲਾ ਸਿੰਧ ਘਾਟੀ ਦੇ ਲੋਕਾਂ ਨਾਲ ਹੋਇਆ। ਠੀਕ ਹੈ। ਔਰ ਉਸ ਕਬੀਲੇ ਦਾ ਨਾਮ ਸੀ ਸਿੰਧ ਘਾਟੀ ਦੀ ਸਭਿਅਤਾ ਕਿਸ ਏਰੀਏ ਨੂੰ ਤੁਸੀਂ ਕਹਿ ਰਹੇ ਹੋ, ਕਿਸ ਏਰੀਏ ਦੇ ਵਿੱਚ ਪ੍ਰਫੁੱਲਤ ਹੋਈ? ਜਿਹੜਾ ਪੰਜਾਬ ਵੀਰ ਜੀ, ਅੱਜ ਵਾਲਾ ਪੰਜਾਬ ਆਪਾਂ ਭੁੱਲ ਜਾਈਏ। ਪੰਜਾਬ ਉਹ ਜਿਹੜਾ ਕਿ 47 ਤੋਂ ਪਹਿਲਾਂ ਸੀ, ਮਹਾਰਾਜਾ ਰਣਜੀਤ ਸਿੰਘ ਵੇਲੇ ਸੀ ਜਾਂ ਗੁਰੂ ਸਾਹਿਬਾਨ ਵੇਲੇ ਸੀ ਜੀ, ਜਿਹੜਾ ਕਿ ਸ਼ੁਰੂ ਹੁੰਦਾ ਸੀ ਇੱਥੋਂ ਦਿੱਲੀ ਤੋਂ, ਜਮਨਾ ਦਰਿਆ ਤੋਂ ਖਤਮ ਹੁੰਦਾ ਸੀ ਜਾ ਕੇ ਅਫਗਾਨਿਸਤਾਨ ਵਿੱਚ ਅਟਕ ਦਰਿਆ ਤੇ ਇਹ ਸਾਰਾ ਏਰੀਆ ਜਿਹੜਾ ਸੀ ਪੰਜਾਬ ਦਾ, ਸਿੰਧ ਦਰਿਆ ਵੀ ਇਹਦੇ ਵਿੱਚੋਂ ਹੀ, ਸਿੰਧ 5 ਦਰਿਆਵਾਂ ਵਿੱਚੋਂ ਹੀ ਇੱਕ ਆ ਜੀ, ਇਹਦੇ ਵਿੱਚੋਂ ਹੀ ਵਗਦਾ ਸੀਗਾ। ਤੇ ਉਹਦੇ ਨਾਲ ਦੀ ਸਭਿਅਤਾ ਜਿਹੜੀ ਹੋਈ ਆ, ਕਿਵੇਂ ਆਪਾਂ ਕਹਿ ਸਕਦੇ ਹਾਂ, ਕਿਉਂਕਿ ਜੇ ਆਪਾਂ ਗੱਲ ਕਰੀਏ ਸਤਲੁਜ, ਬਿਆਸ, ਰਾਵੀ, ਜੇਹਲਮ ਤੇ ਚਨਾਬ, ਸਪਤ ਸਿੰਧੂ ਵੀ ਇਹਦਾ ਹੀ ਨਾਮ ਸੀ ਜੀ। ਸਪਤ ਸਿੰਧੂ ਨਾਮ ਸੀ। ਸਪਤ ਸਿੰਧੂ ਪੰਜ ਆਬ ਤੋਂ ਪਹਿਲਾਂ ਸੀ। ਪੰਜ ਆਬ ਕਿੱਥੋਂ ਪਿਆ? ਅਰਬੀ ਭਾਸ਼ਾ ਦਾ ਸ਼ਬਦ ਆ, ਫਾਰਸੀ। ਜਦੋਂ ਈਰਾਨ ਤੋਂ ਹਮਲਾਵਰ ਆਏ ਜਿਨ੍ਹਾਂ ਨੂੰ ਆਰੀਅਨ ਕਿਹਾ ਜਾਂਦਾ, ਉਹਨਾਂ ਨੇ ਆ ਕੇ ਦਸਿਊ ਤੇ ਪੰਜਾਬ ਸ਼ਬਦ ਉਹਨਾਂ ਦਾ ਦਿੱਤਾ ਗਿਆ, ਪੰਜ ਆਬ। ਉਸ ਤੋਂ ਪਹਿਲਾਂ ਇਹਨੂੰ ਸਪਤ ਸਿੰਧੂ, ਇਹਨੂੰ ਟੱਕ ਦੇਸ਼, ਇਹਨੂੰ ਗੰਧਾਰ ਦੇਸ਼, ਇਹਨੂੰ ਕੈਕ ਦੇਸ਼, ਇਹ ਸਾਰੇ ਨਾਮ ਪੰਜਾਬ ਨੂੰ ਦਿੱਤੇ ਗਏ ਸੀ। ਔਰ ਸਪਤ ਸਿੰਧੂ ਦੇ ਵਿੱਚ 7 ਦਰਿਆ ਜਿਹੜੇ ਆ ਜਾਂਦੇ ਨੇ, 7 ਵਿੱਚੋਂ ਇੱਕ ਸਿੰਧ ਆ। ਉਹ ਮਤਲਬ ਜਿਹੜੀ ਸਿੰਧ ਘਾਟੀ ਦੀ ਸਭਿਅਤਾ ਦਾ ਏਰੀਆ ਉਹ ਸਾਡੇ ਹੀ ਪੰਜਾਬ ਦਾ ਏਰੀਆ। ਔਰ ਉਸ ਮੌਕੇ ਦੀ ਜਿਹੜੀ ਉਹਨਾਂ ਦੀ ਜਿਹੜਾ ਵਿਕਾਸ ਸੀ, ਸਾਡੇ ਦਿਮਾਗਾਂ ਦਾ ਵਿਕਾਸ ਪੰਜਾਬੀਆਂ ਦਾ ਉਸ ਵਿਕਾਸ ਨਾਲ ਜੁੜਦਾ। ਇਸ ਗੱਲ ਨੂੰ ਮੰਨੋ, ਕਿਉਂਕਿ ਭਾਰਤ ਦਾ ਕੋਈ ਵੀ ਹੋਰ ਨਾਗਰਿਕ ਇੰਨਾ ਦਿਮਾਗੀ ਤੌਰ ਤੇ ਵਿਕਸਿਤ ਨਹੀਂ ਹੈ ਜਿੰਨੇ ਪੰਜਾਬੀ ਆ। ਨਹੀਂ, ਪਰ ਜਿਨ੍ਹਾਂ ਲੋਕਾਂ ਨੂੰ ਉਜਾੜਿਆ ਗਿਆ ਜੀ, ਉਹਨਾਂ ਨੇ ਆਪਣੀਆਂ ਪੀੜ੍ਹੀਆਂ ਨੂੰ ਜੀ ਆਪਣੇ ਉਸ ਰਾਜ ਭਾਗ ਬਾਰੇ ਨਹੀਂ ਦੱਸਿਆ। ਉਹਨਾਂ ਨੇ ਅੱਗੇ ਆਪਣੀਆਂ ਪੀੜ੍ਹੀਆਂ ਨੂੰ ਨਹੀਂ ਦੱਸਿਆ ਵੀ ਆਪਾਂ ਰਾਜ ਭਾਗ ਦੁਬਾਰਾ ਫਿਰ ਰਾਜ ਸੱਤਾ ਵਾਲੇ ਪਾਸੇ ਵਧਣਾ ਜੀ। ਇਹ ਮਿਸਟੇਕ ਕਿੱਥੇ ਰਹਿ ਗਈ? ਨਹੀਂ ਵੀਰ ਜੀ, ਦੱਸਿਆ ਗਿਆ, ਹਮੇਸ਼ਾ ਦੱਸਿਆ ਗਿਆ। ਪਰ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਅੱਜ ਖੇਤੀ ਆਰਡੀਨੈਂਸਾਂ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਖੇਤੀ ਕਾਨੂੰਨ ਦੇ ਸਾਨੂੰ ਨੁਕਸਾਨ ਕਿੰਨੇ ਨੇ, ਅਸੀਂ 100 ਬੰਦੇ ਗੱਲ ਕਰ ਰਹੇ ਹਾਂ, 100 ਬੰਦੇ ਰੌਲਾ ਪਾ ਰਹੇ ਹਾਂ, ਤੇ ਉਹਨਾਂ ਦੇ 2 ਬੰਦੇ ਆ ਕੇ ਕਹਿੰਦੇ ਨੇ ਜੀ ਖੇਤੀ ਕਾਨੂੰਨਾਂ ਦਾ ਨੁਕਸਾਨ ਕੋਈ ਨਹੀਂ ਹੈ, ਖੇਤੀ ਕਾਨੂੰਨਾਂ ਦੇ ਆਹ ਫਾਇਦੇ ਨੇ। ਪਰ ਸਾਡੀ 100 ਬੰਦਿਆਂ ਦੀ ਗੱਲ ਨਹੀਂ ਕਿਤੇ ਜਾਂਦੀ ਬਾਹਰ, ਕੋਈ ਨਹੀਂ ਸੁਣਦਾ। ਪਰ ਉਹਨਾਂ ਦੀ 2 ਬੰਦਿਆਂ ਦੀ ਗੱਲ ਦੁਨੀਆ ਵਿੱਚ ਫੈਲਾਈ ਜਾਂਦੀ ਆ। ਇਹਨੂੰ ਮੀਡੀਆ ਕਹਿ ਦਿੰਦੇ ਆਪਾਂ, ਠੀਕ ਹੈ, ਸੰਚਾਰ ਦੇ ਸਾਧਨ ਕਹਿ ਦਿੰਦੇ ਆਪਾਂ। ਸੰਘਰਸ਼ ਕੀਤਾ ਗਿਆ, ਭੋਲੇ ਲੋਕ ਸਨ, ਸੰਘਰਸ਼ ਕੀਤਾ ਗਿਆ, ਗਰੀਬ ਤੋਂ ਪਾਸੇ ਸਨ, ਬਿਲਕੁਲ ਜੀ।
ਸੰਘਰਸ਼ ਕੀਤਾ, ਪਰ ਉਹਨਾਂ ਦੇ ਸੰਘਰਸ਼ ਨੂੰ ਕਦੇ ਜਾਤੀਗਤ ਰੰਗਤ ਦੇ ਕੇ, ਕਦੇ ਧਾਰਮਿਕ ਰੰਗਤ ਦੇ ਕੇ ਉਹਨਾਂ ਨੂੰ ਛੋਟਾ ਕਰ ਦਿੱਤਾ ਗਿਆ ਔਰ ਉਹਨੂੰ ਤੋੜ ਦਿੱਤਾ ਗਿਆ। ਔਰ ਵੱਡੀ ਖੂਬੀ ਇਹ ਰਹੀ ਕਿ ਸਾਡਾ ਧੰਨਵਾਦ ਗੁਰੂ ਸਾਹਿਬਾਨ ਦਾ, ਕਿਉਂਕਿ ਪੰਜਾਬ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਸਿੰਧ ਘਾਟੀ ਨਾਲ ਜੁੜਦਾ, ਜਿਹੜੀ ਪੰਜਾਬੀ ਭਾਸ਼ਾ ਇਹ ਵੀ ਸਿੰਧ ਘਾਟੀ ਨਾਲ ਜੁੜਦੀ ਹੈ ਜੀ। ਉਹ ਕਿਵੇਂ ਜੁੜਦੀ ਹੈ? ਮੈਂ ਹੁਣੇ ਦੱਸ ਕੇ ਹਟਿਆ ਕਿ ਟੱਕ ਦੇਸ਼ ਪੰਜਾਬ ਦਾ ਹੀ ਨਾਮ ਸੀ। ਟੱਕ ਦੇਸ਼, ਹੁਣ ਤਕਸ਼ਿਲਾ ਜਾਂ ਟੈਕਸਲਾ ਜਿਹੜੀ ਯੂਨੀਵਰਸਿਟੀ ਸੀਗੀ ਉਹ ਟੱਕ ਦੇਸ਼ ਦੀ ਯੂਨੀਵਰਸਿਟੀ ਸੀਗੀ, ਜਿਹੜੀ ਕਿ ਪਹਿਲੀ ਯੂਨੀਵਰਸਿਟੀ ਆ ਦੁਨੀਆ ਦੀ ਜਿੱਥੋਂ ਕਿ ਬਾਹਰੋਂ ਵੀ ਲੋਕ ਆ ਕੇ ਇੱਥੇ ਵਿੱਦਿਆ ਹਾਸਲ ਕਰਦੇ ਸੀ। ਉਹ ਜਦੋਂ ਉੱਥੇ ਵਿੱਦਿਆ ਹਾਸਲ ਕਰਦੇ ਸੀ, ਟੱਕ ਦੇਸ਼ ਵਾਲਿਆਂ ਨੇ ਇੱਕ ਲਿਪੀ ਡਿਵੈਲਪ ਕੀਤੀ ਹੋਈ ਸੀ ਜਿਹਨੂੰ ਟਾਕਰੀ ਲਿਪੀ ਕਹਿੰਦੇ ਆ। ਉਹੀ ਟਾਕਰੀ ਲਿਪੀ ਜਿਹਦੇ ਕਿ 26 ਦੇ ਕਰੀਬ ਅੱਖਰਾਂ ਨੂੰ, ਸ਼ਬਦਾਂ ਨੂੰ ਅੱਗੇ ਗੁਰੂ ਨਾਨਕ ਸਾਹਿਬ ਨੇ 35 ਅੱਖਰੀ ਬਣਾ ਕੇ ਗੁਰਮੁਖੀ ਬਣਾ ਦਿੱਤਾ। ਉਹੀ ਟਾਕਰੀ ਲਿਪੀ ਜਿਹੜੀ ਡੋਗਰੀ, ਮਲਵਈ, ਇੱਥੇ ਆਪਣੇ ਜਿਹੜੇ ਦੁਆਬੇ ਵਾਲੀ ਭਾਸ਼ਾ ਮਾਝੇ ਵਾਲੇ ਬੋਲਦੇ ਨੇ ਜਾਂ ਦੂਜੇ ਪੁਆਧ ਵਾਲੇ ਬੋਲਦੇ ਨੇ, ਹਿਮਾਚਲ ਵਿੱਚ ਬੋਲਦੇ ਨੇ, ਇਹ ਸਾਰੀ ਟਾਕਰੀ ਲਿਪੀ ਆ। ਔਰ ਸੰਸਕ੍ਰਿਤ ਵੀ ਪਹਿਲਾਂ ਟਾਕਰੀ ਲਿਪੀ ਵਿੱਚ ਲਿਖੀ ਗਈ ਹੈ ਜੀ। ਪਾਲੀ ਭਾਸ਼ਾ ਟਾਕਰੀ ਲਿਪੀ ਵਿੱਚ ਲਿਖੀ ਗਈ ਆ, ਹਿੰਦੀ ਭਾਸ਼ਾ ਟਾਕਰੀ ਲਿਪੀ ਵਿੱਚ ਲਿਖੀ ਗਈ ਆ। ਟਾਕਰੀ ਪੰਜਾਬੀ ਭਾਸ਼ਾ ਦੀ ਲਿਪੀ ਆ ਔਰ ਪੰਜਾਬੀ ਤੇ ਟਾਕਰੀ ਦੀ ਪੁਰਾਤਨਤਾ ਸਿੰਧ ਘਾਟੀ ਦੇ ਸਮੇਂ ਦੀ ਆ। ਹਿੰਦੀ, ਸੰਸਕ੍ਰਿਤ, ਪਾਲੀ ਸਾਰਿਆਂ ਤੋਂ ਵੱਧ ਪੁਰਾਣੀ ਪੰਜਾਬੀ ਭਾਸ਼ਾ। ਪਾਲੀ ਤੋਂ ਵੀ, ਗੁਰਮੁਖੀ ਪਾਲੀ ਤੋਂ ਵੀ। ਪਾਲੀ ਭਾਸ਼ਾ ਮਹਾਮਾਨਵ ਗੌਤਮ ਬੁੱਧ ਦੀ ਭਾਸ਼ਾ ਸੀ, ਜਿਹੜੀ ਕਿ ਜਦੋਂ ਅਸ਼ੋਕ ਦਾ ਰਾਜ ਹੋਇਆ, ਸਮਰਾਟ ਅਸ਼ੋਕ ਦਾ ਰਾਜ ਹੋਇਆ, ਉਹ ਅੱਜ ਤੋਂ 385 BC ਦੀ, ਮਤਲਬ ਅੱਜ ਤੋਂ 2385 ਸਾਲ ਪਹਿਲਾਂ, 85-86 ਸਾਲ ਪਹਿਲਾਂ, 2400 ਸਾਲ ਪਹਿਲਾਂ ਦੀ ਗੱਲ ਆ। ਪਰ ਅਸੀਂ 5000 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ। ਪਾਲੀ ਲਿਪੀ ਇਸ ਮੌਕੇ ਸੀ ਜਿਹੜੀ ਉਹਨਾਂ ਨੇ ਦੇਸ਼ ਦੀ ਲਿਪੀ ਬਣਾਈ ਸੀ, ਜਦੋਂ ਉਹਨਾਂ ਨੇ ਆਪਦਾ ਰਾਜ, ਕਿਉਂਕਿ ਜਿਹਦਾ ਰਾਜ ਹੁੰਦਾ ਉਹਦੀ ਹੀ ਭਾਸ਼ਾ ਹੁੰਦੀ ਹੈ। ਪਰ ਨਾਲ ਦੀ ਨਾਲ ਦੁੱਖ ਦੀ ਗੱਲ ਦੂਸਰੀ ਇਹ ਹੁੰਦੀ ਹੈ ਕਿ ਜਦੋਂ ਰਾਜ ਖਤਮ ਹੁੰਦਾ ਭਾਸ਼ਾ ਵੀ ਖਤਮ ਹੋ ਜਾਂਦੀ ਹੈ। ਜਦੋਂ ਭਾਸ਼ਾ ਥੋਪੀ ਹੋਈ ਹੁੰਦੀ ਹੈ, ਜਿਹੜੀ ਰਾਜੇ ਦੀ ਥੋਪੀ ਹੋਈ ਭਾਸ਼ਾ, ਜਦੋਂ ਰਾਜ ਖਤਮ ਹੋਊਗਾ ਉਹ ਭਾਸ਼ਾ ਖਤਮ ਹੋਊਗੀ। ਚਾਹੇ ਉਹ ਪਾਲੀ ਕੀਤੀ ਗਈ ਆ ਅਸ਼ੋਕ ਵੱਲੋਂ, ਚਾਹੇ ਉਹ ਸੰਸਕ੍ਰਿਤ ਕੀਤੀ ਗਈ ਆ ਅਖੌਤੀ ਹਿੰਦੂ ਰਾਜਾ ਵੱਲੋਂ ਉਸ ਮੌਕੇ, ਚਾਹੇ ਉਸ ਤੋਂ ਬਾਅਦ ਮੁਸਲਮਾਨ ਸ਼ਾਸਕਾਂ ਨੇ, ਮੁਗਲਾਂ ਨੇ ਜਿਹੜੀ ਫਾਰਸੀ ਭਾਸ਼ਾ ਕੀਤੀ। ਹੈ ਕੋਈ ਭਾਸ਼ਾ ਇਸ ਵੇਲੇ? ਅੰਗਰੇਜ਼ ਆਏ ਤਾਂ ਉਹਨਾਂ ਨੇ ਅੰਗਰੇਜ਼ੀ ਅਫੀਸ਼ੀਅਲ ਭਾਸ਼ਾ ਕਰਤੀ, ਉਹ ਵੀ ਖਤਮ ਹੋ ਗਈ। ਅੱਜ ਹਿੰਦੂ ਰਾਸ਼ਟਰ ਬਣਾਉਣ ਦੀ ਇਹ ਕੋਸ਼ਿਸ਼ ਕਰ ਰਹੇ ਨੇ, ਹਿੰਦੂ ਰਾਜ ਚੱਲ ਰਿਹਾ, ਤਾਂ ਇਹਨੇ ਆਪਣੇ ਆਪ ਨੂੰ ਹਿੰਦੀ ਭਾਸ਼ਾ ਕਹਿੰਦੇ ਨੇ ਕਿ ਦੇਸ਼ ਦੀ ਰਾਸ਼ਟਰੀ ਭਾਸ਼ਾ, ਜਦ ਕਿ ਉਹ ਨਹੀਂ ਹੈ। ਹੁਣ ਦੋ ਫੈਕਟਰ ਕੰਮ ਕਰ ਰਹੇ ਨੇ ਜੀ। ਇੱਕ ਤਾਂ ਇਹ ਕਿ ਕਿਸੇ ਭਾਸ਼ਾ ਨੂੰ ਡਿਵੈਲਪ ਕਰਨ ਦੇ ਲਈ ਉਹਦੇ ਪਿੱਛੇ ਰਾਜ ਦੀ ਤਾਕਤ ਹੋਣੀ ਜ਼ਰੂਰੀ ਆ। ਠੀਕ ਹੈ, ਉਹ ਕੀਤਾ, ਪਰ ਜਦੋਂ ਰਾਜ ਖਤਮ ਹੋਇਆ ਭਾਸ਼ਾ ਖਤਮ, ਗਿਰ ਗਈ। ਪੰਜਾਬੀ ਭਾਸ਼ਾ ਮੈਂ ਕਹਿੰਦਾ ਸਿੰਧ ਘਾਟੀ ਦੇ ਬਸ਼ਿੰਦਿਆਂ ਦੀ ਭਾਸ਼ਾ ਸੀ। ਪੰਜਾਬੀ ਅੱਜ ਵੀ ਚੱਲ ਰਹੀ ਆ, ਪੰਜਾਬੀ ਅੱਗੇ ਵੀ ਚੱਲੂਗੀ। 15 ਕਰੋੜ ਲੋਕ ਨੇ ਪੰਜਾਬੀ ਭਾਸ਼ਾ ਬੋਲਣ ਵਾਲੇ ਪੂਰੇ ਵਿਸ਼ਵ ਦੇ ਵਿੱਚ ਜੀ। ਔਰ ਇਹ ਸਾਡੇ ਜੀਨਸ ਦੀ ਭਾਸ਼ਾ। ਸੁਣਨ ਵਿੱਚ ਆਪਾਂ ਨੂੰ ਪਤਾ, ਸਿੰਧੂ ਘਾਟੀ ਦੀ ਭਾਸ਼ਾ ਕਹਿ ਸਕਦੇ ਹਾਂ ਜੀ। ਪਰ ਉੱਥੇ ਦੀ ਲਿਪੀ ਜਿਹੜੀ ਨਹੀਂ ਪੜ੍ਹੀ ਗਈ, ਪੜ੍ਹੀ ਜਾ ਸਕੀ, ਉਹ ਹੁਣ ਲਿਪੀ ਪੜ੍ਹਨ ਦੇ ਵਿੱਚ, ਮੈਂ ਹੁਣ ਜਿਵੇਂ ਕਹਿ ਰਿਹਾ ਕਿ ਸਾਡੇ ਜੀਨਸ ਦੇ ਵਿੱਚ ਆ, ਸਾਡੀਆਂ ਰਗਾਂ ਦੇ ਵਿੱਚ ਆ। ਕਿਸੇ ਵੀ ਭਾਸ਼ਾ ਨੂੰ ਜਾਣਨ ਦੇ ਲਈ ਉਸ ਭਾਸ਼ਾ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਆ। ਇੱਕ ਗੱਲ ਮੈਂ ਮੰਨਦਾ, ਪਰ ਜੇ ਉਸ ਭਾਸ਼ਾ, ਉਸ ਸੱਭਿਆਚਾਰ, ਉਸ ਖਿੱਤੇ ਵਿੱਚ ਜੰਮਿਆ ਹੋਇਆ ਹੀ ਉਸ ਭਾਸ਼ਾ ਨੂੰ ਅੱਗੇ ਲੈ ਕੇ ਜਾਣ ਦੀ ਜਾਂ ਸਮਝਣ ਦੀ ਕੋਸ਼ਿਸ਼ ਕਰੂਗਾ, ਉਹ ਛੇਤੀ ਸਮਝ ਜੂਗਾ, ਕਿਉਂਕਿ ਉਹਦੇ ਰਗ-ਰਗ ਵਿੱਚ ਉਹ ਭਾਸ਼ਾ ਬਸੀ ਹੋਈ ਹੁੰਦੀ ਆ। ਜਿਹੜੀ ਸਿੰਧ ਘਾਟੀ ਦੀ ਲਿਪੀ ਪੜ੍ਹੀ ਨਹੀਂ ਗਈ, ਕੋਸ਼ਿਸ਼ ਕਿਹਨਾਂ ਨੇ ਕੀਤੀ ਆ? ਜਾਂ ਵਿਦੇਸ਼ੀ ਮਾਹਰਾਂ ਨੇ ਕੀਤੀ ਆ, ਜਾਂ ਜਿਹੜੇ ਸਾਡੇ ਆਰੀਅਨ ਮਾਹਰ ਸੀ ਭਾਸ਼ਾਵਾਂ ਦੇ, ਉਹਨਾਂ ਨੇ ਕੀਤੀ ਹੈ। ਜਿਹੜੇ ਮੂਲ ਨਿਵਾਸੀ, ਜਿਹੜੇ ਮੂਲ ਬਸ਼ਿੰਦੇ ਅਸੀਂ ਆ ਪੰਜਾਬੀ, ਅਸੀਂ ਨਹੀਂ ਅਜੇ ਕੋਸ਼ਿਸ਼ ਕੀਤੀ ਹੈ। ਮੈਂ ਠੋਕ ਵਜਾ ਕੇ ਕਹਿਣਾ, ਜੇਕਰ ਅੱਜ ਵੀ ਸਾਡੇ ਨੌਜਵਾਨ ਵਿੱਦਿਆ ਹਾਸਲ ਕਰਕੇ, PhD ਕਰਕੇ, ਜੇ ਭਾਸ਼ਾ ਵਿਗਿਆਨ ਨੂੰ ਚੱਲ ਪੈਣ, ਦਿਨਾਂ ਵਿੱਚ, ਸਾਲਾਂ ਵਿੱਚ ਨਹੀਂ, ਦਿਨਾਂ ਦੇ ਵਿੱਚ ਉਹ ਭਾਸ਼ਾ ਪੜ੍ਹੀ ਜਾ ਸਕਦੀ ਹੈ। ਔਰ ਜਿੱਦਣ ਭਾਸ਼ਾ ਪੜ੍ਹੀ ਗਈ ਵੀਰ ਜੀ, ਉਹ ਇਤਿਹਾਸ ਕਿਵੇਂ, ਉਹ ਸ਼ਹਿਰ ਕਿਵੇਂ ਮਿਟੇ, ਸਾਡੀ ਸੱਭਿਅਤਾ ਕਿਵੇਂ ਖਤਮ ਹੋਈ, ਸਾਡੇ ਤੇ ਕਿਵੇਂ ਰਾਜ ਕੀਤਾ ਗਿਆ, ਉਹ ਲਿਖਤਾਂ ਸਾਰੀਆਂ ਪਈਆਂ ਨੇ, ਸਿਰਫ ਪੜ੍ਹਨ ਦੀ ਬਾਕੀ ਆ। ਜਿਸ ਦਿਨ ਸਾਹਮਣੇ ਆ ਗਈ ਤਾਂ ਸਾਡਾ ਜਿਹੜਾ ਸਿਰ ਆ ਉਹ ਮਾਣ ਨਾਲ ਉੱਚਾ ਹੋ ਜਾਊਗਾ, ਸਾਡੀ ਧੌਣ ਮਾਣ ਨਾਲ ਉੱਚੀ ਹੋ ਜਾਏਗੀ। ਇੰਜ ਕਹਿ ਲਈਏ ਵੀ ਸਭ ਤੋਂ ਵੱਡੀ ਤੁਹਾਨੂੰ ਪੰਜਾਬ ਦੀ ਸਮੱਸਿਆ ਲੱਗਦੀ ਵੀ ਆਪਣੇ ਮੂਲ ਵਾਲੇ ਪਾਸੇ ਮੂਲ ਤੋਂ ਟੁੱਟੇ ਹੋਏ ਆ ਅਸੀਂ। ਜਦ ਤੱਕ ਅਸੀਂ ਮੂਲ ਵੱਲ ਨਹੀਂ ਜਾਵਾਂਗੇ, ਪੱਤਿਆਂ ਨੂੰ ਪਾਣੀ ਪਾ ਕੇ ਕੁਝ ਨਹੀਂ ਬਣਨਾ।
ਦਿਲ ਦੀਆਂ ਗਹਿਰਾਈਆਂ ਤੋਂ ਹਰਪ੍ਰੀਤ ਜੀ ਤੁਹਾਡੇ ਧੰਨਵਾਦੀ ਹਾਂ ਜੀ ਵੀਰ। ਬੜੇ ਸੁੰਦਰ ਢੰਗ ਦੇ ਨਾਲ ਤੁਸੀਂ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਸੋ ਦਰਸ਼ਕੋ, ਮੈਂ ਤੁਹਾਡੇ ਨਾਲ ਥੋੜਾ ਸਮਾਂ ਇੱਕ ਵਿਚਾਰ ਕਰਾਂ। ਜਦੋਂ ਅਸੀਂ ਗੱਲ ਕਰਦੇ ਹਾਂ ਸੱਭਿਅਤਾ ਦੀ, ਸਾਨੂੰ ਪੜ੍ਹਾਇਆ ਤੇ ਜਾਂਦਾ ਹੈ ਪਰ ਬੜੇ ਛੋਟਾ ਜਿਹਾ ਟੌਪਿਕ ਦਿੱਤਾ ਜਾਂਦਾ ਹੈ। ਕਿਤੇ ਸਾਨੂੰ ਰੋਮ ਦੀ ਸੱਭਿਅਤਾ ਬਾਰੇ ਜ਼ਿਕਰ ਆ ਜਾਂਦਾ ਹੈ, ਹੋਰਾਂ ਅਨੇਕਾਂ ਸੱਭਿਅਤਾ ਬਾਰੇ ਆ ਜਾਂਦਾ ਹੈ। ਠੀਕ ਹੈ, ਕੰਪੈਰੀਜ਼ਨ ਹੋਣਾ ਚਾਹੀਦਾ, ਪਰ ਜਿਹੜੀ ਸਾਡੀ ਮੂਲ ਨਿਵਾਸੀਆਂ ਦੀ ਸੱਭਿਅਤਾ ਸੀ, ਸਾਡਾ ਧਿਆਨ ਉਸ ਪਾਸੇ ਵਿਸ਼ੇਸ਼ ਤੌਰ ਤੇ ਦਿਵਾਉਣਾ ਚਾਹੀਦਾ। ਪਰ ਕਿਤੇ ਨਾ ਕਿਤੇ ਮੈਂ ਸਮਝਦਾ ਹਾਂ ਕਿ ਇਹ ਸਾਡੀ ਬਹੁਤ ਵੱਡੀ ਘਾਟ ਰਹਿ ਗਈ। ਇੱਕ ਹਰਪ੍ਰੀਤ ਜੀ, ਜਾਂਦੇ ਜਾਂਦੇ ਹੋਰ ਵੀ ਸਾਨੂੰ ਜਾਣਕਾਰੀ ਦੇ ਦਿਓ। ਜਿਵੇਂ ਤੁਸੀਂ ਦੱਸਿਆ ਵੀ ਇੱਕ ਤੇ ਭਾਸ਼ਾ ਨਹੀਂ ਪੜ੍ਹੀ ਜਾ ਰਹੀ ਜੀ, ਪਰ ਅੰਗਰੇਜ਼ਾਂ ਨੇ ਜਿਹੜੀ ਖੋਜ ਕੀਤੀ ਸੀ ਉਹ ਖੋਜ ਉੱਥੇ ਦੀ ਉੱਥੇ ਹੀ ਰੱਖੀ ਗਈ ਹੈ ਜੀ। ਤੁਹਾਨੂੰ ਨਹੀਂ ਲੱਗਦਾ ਵੀ ਇਹਦੇ ਬਾਰੇ ਦੁਬਾਰਾ ਖੋਜ ਹੋਣੀ ਚਾਹੀਦੀ ਹੈ, ਬਹੁਤ ਵੱਡੇ ਪੱਧਰ ਦੀ? ਸਰਕਾਰਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਵੀਰ ਜੀ, ਮੈਂ ਜਿਵੇਂ ਪਹਿਲਾਂ ਗੱਲ ਕੀਤੀ ਕਿ ਜਦੋਂ ਸੱਤਾ, ਜਿਹਦੀ ਆਪਾਂ ਸੱਤਾ ਦੀ ਗੱਲ ਕਰਦੇ ਹਾਂ, ਜਦੋਂ ਰਾਜ ਸੱਤਾ ਜਿਹਦੀ ਹੁੰਦੀ ਆ, ਭਾਸ਼ਾ ਵੀ ਉਹਦੀ ਹੁੰਦੀ ਆ, ਇਤਿਹਾਸ ਵੀ ਉਹੀ ਲਿਖਦਾ, ਰਾਜ ਉਹ ਕਰਦਾ ਤੇ ਆਪਦੇ ਮੁਤਾਬਕ ਕਰਦਾ। ਇਤਿਹਾਸ ਚਿੱਤੇ ਹੋਏ ਲਿਖਦੇ ਹੁੰਦੇ ਰਹੇ। ਤੇ ਗੱਲ ਇਹ ਆ ਕਿ ਅੰਗਰੇਜ਼ਾਂ ਨੇ ਕੋਸ਼ਿਸ਼ ਕੀਤੀ, ਔਰ ਸ਼ਾਇਦ ਜੇ ਅੰਗਰੇਜ਼ ਲੰਬਾ ਸਮਾਂ ਰਾਜ ਕਰਦੇ ਤਾਂ ਬਹੁਤ ਕੁਝ ਹੋਰ ਵੀ ਨਿਕਲ ਆਉਂਦਾ। ਪਰ ਉਸ ਤੋਂ ਬਾਅਦ ਜਿਹੜਾ ਰਾਜ ਆਇਆ ਉਹ ਉਹਨਾਂ ਤਾਕਤਾਂ ਦੇ ਹੱਥ ਵਿੱਚ ਆ ਗਿਆ ਜਿਹੜੀਆਂ ਕਿ ਨਹੀਂ ਚਾਹੁੰਦੀਆਂ ਸੀ ਕਿ ਇਹਨਾਂ ਲੋਕਾਂ ਨੂੰ ਇਹਨਾਂ ਦੇ ਇਤਿਹਾਸ ਦਾ ਪਤਾ ਚੱਲੇ। ਜੇ ਪਤਾ ਚੱਲ ਗਿਆ, ਗੁਲਾਮ ਨੂੰ ਗੁਲਾਮੀ ਦਾ ਅਹਿਸਾਸ ਹੋ ਗਿਆ, ਇਨਕਲਾਬ ਲੈ ਆਉਣਾ ਉਹਨੇ ਜੀ। ਸਾਡਾ ਰਾਜ ਜੇ ਆ ਜਾਂਦਾ, ਜੇ ਆਪਦੀ ਸੱਤਾ ਸਾਡੇ ਹੱਥ ਵਿੱਚ ਆ ਜਾਂਦੀ ਆ, ਕਿਉਂਕਿ ਇਹ ਬਹੁਤ ਵੱਡੇ ਬਜਟ ਦਾ ਕੰਮ ਆ, ਸੌਖਾ ਕੰਮ ਨਹੀਂ ਹੈ ਇਹ ਜਿਹੀਆਂ ਰਿਸਰਚਾਂ ਕਰਨੀਆਂ, ਖੋਜ ਕਰਨੀ, ਪਰ ਉਹ ਕਰਨਾ ਬਹੁਤ ਜ਼ਰੂਰੀ ਆ, ਕਿਉਂਕਿ ਜਦ ਤੱਕ ਸਾਨੂੰ ਆਪਦੇ ਇਤਿਹਾਸ ਦਾ ਨਹੀਂ ਪਤਾ, ਆਪਦਾ ਭਵਿੱਖ ਅਸੀਂ ਵਧੀਆ ਨਹੀਂ ਬਣਾ ਸਕਦੇ। ਇਹ ਪ੍ਰੂਵਨ ਫੈਕਟ ਆ, ਇਹ ਸਾਬਤ ਹੋ ਚੁੱਕਿਆ। ਤੇ ਅਸੀਂ ਜਦੋਂ ਸਾਡਾ ਰਾਜ ਆਊਗਾ, ਇੱਕ ਛੋਟੀ ਜਿਹੀ ਉਦਾਹਰਨ ਦਿੰਦਾ ਮੈਂ, ਇੱਕ ਹੁਣੇ ਰੀਸੈਂਟ ਘਟਨਾ, ਕਿਉਂਕਿ ਪੁਰਾਣੀਆਂ ਘਟਨਾਵਾਂ ਆਪਾਂ ਬਹੁਤੀਆਂ ਇਤਿਹਾਸ ਵਿੱਚ ਨਾ ਜਾਈਏ ਤਾਂ 1983-84 ਦੇ ਵਿੱਚ ਇੱਕ ਚੰਬਲ ਘਾਟੀ ਦੇ ਵਿੱਚ ਇੱਕ ਸੋ ਕਾਲਡ ਡਾਕੂ ਹੋਈ ਆ, ਫੂਲਨ ਦੇਵੀ, ਜਿਹਨੂੰ ਦਸਿਓ ਸੁੰਦਰੀ ਵੀ ਕਹਿੰਦੇ ਨੇ ਜੀ। ਮੈਂ ਚਾਹਾਂਗਾ ਵੀ ਇਹ ਘਟਨਾ ਆਪਾਂ ਅਗਲੇ ਐਪੀਸੋਡ ਦੇ ਵਿੱਚ ਕਰ ਲਈਏ, ਕਿਉਂਕਿ ਸਮੇਂ ਦੀਆਂ ਘੜੀਆਂ ਮੈਨੂੰ ਕਿਤੇ ਨਾ ਕਿਤੇ ਰੋਕਦੀਆਂ ਨੇ। ਬੜੇ ਸੁੰਦਰ ਢੰਗ ਨਾਲ ਤੁਸੀਂ ਦੱਸ ਰਹੇ ਸੀ, ਮੈਂ ਤੁਹਾਨੂੰ ਰੋਕਣਾ ਨਹੀਂ ਸੀ ਚਾਹੁੰਦਾ, ਮੈਂ ਖਿਮਾ ਜਾਚਨਾ ਕਰਦਾ ਵਾਂ, ਪਰ ਸਮੇਂ ਦੀਆਂ ਘੜੀਆਂ ਸਾਨੂੰ ਰੋਕਦੀਆਂ ਨੇ। ਸੋ ਦਰਸ਼ਕੋ, ਇਹ ਸਨ ਐਡਵੋਕੇਟ ਹਰਪ੍ਰੀਤ ਸਿੰਘ ਜਮਾਲਪੁਰ। ਜੇ ਅਸੀਂ ਥੋੜੇ ਜਿਹੇ ਸਮੇਂ ਦੇ ਵਿੱਚ ਉਸ ਘਟਨਾ ਨੂੰ ਸੁਣਦੇ ਤਾਂ ਸ਼ਾਇਦ ਸਾਨੂੰ ਵੀ ਆਨੰਦ ਲੈਣਾ ਬਣਦਾ, ਪਰ ਜਿਸ ਹਿਸਾਬ ਨਾਲ ਇਹਨਾਂ ਨੇ ਜ਼ਿਕਰ ਕੀਤਾ ਹੈ ਵੀ ਰਾਜ ਸੱਤਾ ਆਉਣ ਨਾਲ ਕੀ ਕੁਝ ਹੋ ਜਾਂਦਾ ਹੈ, ਮੇਰੇ ਖਿਆਲ ਦੇ ਵਿੱਚ ਉਹ ਘਟਨਾ ਆਪਣੇ ਆਪ ਦੇ ਵਿੱਚ ਇੱਕ ਬੜੀ ਅਲੌਕਿਕ ਹੈ। ਉਹ ਕਿਤੇ ਨੈਕਸਟ ਟਾਈਮ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਅੱਜ ਦਾ ਵਿਸ਼ਾ ਸਿੰਧ ਘਾਟੀ ਦੀ ਸੱਭਿਅਤਾ ਬਾਰੇ ਸੀ, ਔਰ ਸਿੰਧ ਘਾਟੀ ਦੀ ਸੱਭਿਅਤਾ ਦੇ ਜਿਹੜੇ ਅਵਸ਼ੇਸ਼ ਨੇ ਉਹ ਵੀ ਤੁਸੀਂ ਸਕਰੀਨ ਦੇ ਉੱਪਰ ਨਾਲ ਦੇਖ ਰਹੇ ਹੋ ਕਿ ਕਿਸ ਤਰੀਕੇ ਨਾਲ ਵੀਰ ਜੀ ਨੇ ਦੱਸਿਆ। ਉੱਚਾ ਪਿੰਡ ਸੰਗੋਲ ਹੋ ਗਿਆ, ਸਿੰਧ ਘਾਟੀ ਦੀ ਸੱਭਿਅਤਾ ਹੋ ਗਈ, ਹੜੱਪਾ ਮੋਹਨਜੋਦੜੋ ਦੀ ਹੋ ਗਈ, ਤਕਸ਼ਿਲਾ ਦੀ ਹੋ ਗਈ। ਇਹ ਸਾਰੀਆਂ ਚੀਜ਼ਾਂ ਬੜੀਆਂ ਸਮਝਣ ਵਾਲੀਆਂ ਨੇ, ਔਰ ਕਿਤੇ ਨਾ ਕਿਤੇ ਇਹ ਸਾਨੂੰ ਅਹਿਸਾਸ ਕਰਵਾ ਦਿੰਦੀਆਂ ਨੇ ਕਿ ਸਾਡਾ ਜਿਹੜਾ ਪਿਛੋਕੜ ਸੀ ਬੜਾ ਮਜ਼ਬੂਤ ਸੀ, ਸਾਡਾ ਧਿਆਨ ਉਸ ਪਾਸੇ ਨਹੀਂ ਜਾ ਰਿਹਾ। ਇਹ ਪ੍ਰੋਬਲਮ ਸਾਡੀ ਹੋ ਸਕਦੀ ਹੈ। ਸੋ ਬੜੀ ਜਲਦੀ ਤੁਹਾਡੀ ਸੇਵਾ ਦੇ ਵਿੱਚ ਦੁਬਾਰਾ ਆਵਾਂਗਾ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।